प्रोग्राम पक्ष दे मसले जिवें पिछली वार मैं आप जी नूं कहा सी कि साडे 2 प्रजेंटर सानूं बिना दस्सिओ गए छुट्टी भी नहीं लई, उन्हां दी कपत्त करनी है। उन्हां चों एक तां आए अज आओ पहलां उन्हां दी थोड़ी जी कपत्त कर लईए, अगे तां वधदे आ। साहब जी तुसीं सानूं दस्से बिना क्यों गए? सब तो पहला मेरे वीरो मेरे ये बाद च हजे सज़ा होनी, हजे सज़ा मिलनी। सब नूं जय गुरुदेव, जय भीम। तुसीं क्यों गए ये दसो, छुट्टी क्यों नहीं ली? असल विच की होया कि असीं अचानक एक प्रोग्राम बना लिया कि किसान मोर्चे ते जाके देखा जाए, अखीं देख के असीं जाके देखिए, जिस दा असीं आके अपने कांसी टीवी नाल जां होरां नाल आपां सांझ पा सकीए, उहदा वर्णन कर सकीए, रिपोर्ट दे सकीए। तो रिपोर्ट अज तां नहीं देनी, फिर किसी नूं जरूर तुहाडे नाल आउंदे हफ्ते दे विच गल करांगे कि उत्थे असीं की देखिया। ਉਹ ਇੱਕਦਮ ਪ੍ਰੋਗਰਾਮ ਬਣਾਇਆ ਤੇ ਜਿਸ ਦੇ ਲਈ ਪ੍ਰੋਗਰਾਮ ਬਣਾਉਣ ਨਾਲ ਜਦੋਂ ਅਸੀਂ ਪ੍ਰੋਗਰਾਮ ਬਣਾਇਆ ਤੇ ਉਦੋਂ ਓਮਿਕਰੋਨ ਦਾ ਵੀ ਉਸੇ ਦਿਨ ਇਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਤੇ ਜਿਸ ਕਰਕੇ ਅਸੀਂ ਡਬਲ ਮਾਈਂਡਡ ਵੀ ਰਹੇ ਹਾਂ ਕਿ ਜਾਈਏ ਨਾ ਜਾਈਏ ਤੇ ਟੈਸਟ ਵਗੈਰਾ ਸਾਰਾ ਕੁਝ ਸੀ ਰਲ ਕੇ, ਜਿਸ ਕਰਕੇ ਤੁਹਾਨੂੰ ਵੀ ਪੂਰੀ ਇਨਫੋਰਮੇਸ਼ਨ ਨਹੀਂ ਦੇ ਸਕੇ ਤੇ ਉਸ ਦਾ ਸਾਨੂੰ ਖੇਦ ਹੈ। ਤੇ ਉਮੀਦ ਕਰਦਾ ਸਾਡੇ ਸਾਰੇ ਪ੍ਰੈਜ਼ੈਂਟਰ ਦੇਖਣ ਵਾਲੇ ਸਾਡੇ ਮਾਫ ਕਰਨਗੇ ਤੇ ਅਸੀਂ ਅੱਗੇ ਜ਼ਰੂਰ ਦੱਸ ਕੇ ਜਾਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਬਹੁਤ ਮਿਹਰਬਾਨੀ ਜੀ। ਚਲੋ ਅੱਛੇ ਕਾਰਜ ਲਈ ਗਏ ਸੀ, ਇਹਦੇ ਲਈ ਤੁਹਾਨੂੰ ਛੋਟੀ ਜਿਹੀ ਸਜ਼ਾ ਦਿੱਤੀ ਆ ਕਿ ਇੱਥੇ ਰਾਜ ਲਾਈਟਾਂ ਦੇ ਲਈ ਇੱਕ ਜਗ੍ਹਾ ਆ, ਉੱਥੇ ਕਿਸੇ ਛੁੱਟੀ ਵਾਲੇ ਦਿਨ 1 ਘੰਟੇ ਵਾਸਤੇ ਤੁਹਾਨੂੰ ਬੈਠਣਾ ਪਊਗਾ। ਚਲੋ ਜ਼ਰੂਰ ਜੀ, ਫੰਡ ਰੇਜ਼ ਕਰ ਲਾਂਗੇ। ਜੈ ਗੁਰਦੇਵ, ਜੈ ਭੀਮ। ਮੈਂ ਰਾਮ ਚਾਹਲ ਪ੍ਰੋਗਰਾਮ ਲੈ ਕੇ ਆਇਆ ਪੱਖ ਦੇ ਮਸਲੇ। ਤੁਸੀਂ ਦੇਖ ਰਹੇ ਹੋ ਹਰ ਵੀਰਵਾਰ ਦੀ ਤਰ੍ਹਾਂ ਅੱਜ ਵੀ ਮੇਰੇ ਨਾਲ ਨੇ ਕੁਲਵੰਤ ਜੀ ਨੂੰ ਕੰਮ ਪੈ ਗਿਆ, ਅਗਲੀ ਵਾਰ ਨੂੰ ਉਹ ਵੀ ਤੁਹਾਡੇ ਨਾਲ ਜੁੜਨਗੇ। ਕੁਲਵੰਤ ਜੀ, ਜੈ ਗੁਰਦੇਵ, ਜੈ ਭੀਮ ਜੀ। ਆਪ ਮੇਰੇ ਵੱਲੋਂ ਆਪ ਸਭ ਨੂੰ ਫੇਰ ਜੀ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪਿਆਰੇ ਦਰਸ਼ਕੋ, ਸਮਾਂ ਜਿਹੜਾ ਆ ਉਹਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੁੰਦਾ। ਬੀਤੇ ਸਮੇਂ ਦੀਆਂ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੁੰਦਾ। ਬਾਬੇ ਨਾਨਕ ਨੇ ਕਿਹਾ ਕਿ ਜੋ ਵਕਤ ਪਛਾਣੇ ਸੋ ਬੰਦਾ ਹੋਵੇ। ਜਿਹੜੀ ਵਕਤ ਦੇ ਨਾਲ ਗੱਲ ਕੀਤੀ ਜਾਵੇ ਉਹ ਹੀ ਚੰਗੀ ਲੱਗਦੀ ਆ। ਕਦੇ ਵਕਤ ਰਿਹਾ ਹੋਏਗਾ ਉਹ ਸਰਦਾਰ ਊਧਮ ਸਿੰਘ ਦਾ ਕਿ ਉਹਨੇ ਜਲਿਆਂਵਾਲੇ ਬਾਗ ਦਾ ਬਦਲਾ ਲੈਣਾ ਜਾਇਜ਼ ਸਮਝਿਆ ਔਰ ਆਉਣ ਵਾਲੇ ਸਮੇਂ ਨੇ ਇਸ ਗੱਲ ਨੂੰ ਖਿਲੇ ਮੱਥੇ ਪ੍ਰਵਾਨ ਵੀ ਕੀਤਾ। ਹਾਲਾਂਕਿ ਧਿਆਨ ਦੇ ਨਾਲ ਦੇਖਿਆ ਜਾਏ ਤਾਂ ਜਲਿਆਂਵਾਲੇ ਬਾਗ ਦੀ ਘਟਨਾ ਤੋਂ ਬਾਅਦ ਉਸ ਵੇਲੇ ਦੀ ਰਾਣੀ ਨੇ ਉਸ ਵੇਲੇ ਸਖਤੇ ਨੂੰ, ਉਹ ਘਟਨਾ ਕਰਨ ਵਾਲੇ ਨੂੰ ਵਾਪਸ ਬੁਲਾ ਲਿਆ ਸੀ ਔਰ ਉਹਦੀ ਜਬਰੀ ਜਿਹੜੀ ਆ ਇਹ ਵੀ ਮੰਨਿਆ ਜਾ ਰਿਹਾ ਕਿ ਰਿਟਾਇਰਮੈਂਟ ਹੋਈ ਆ। ਉਸ ਨੂੰ ਉਸ ਸਮੇਂ 20,000 ਪਾਉਂਡ ਦੇ ਕੇ ਪਰੇ ਕੀਤਾ ਗਿਆ। ਇਹਨਾਂ ਦੀ ਇੱਕ ਰਿਵਾਜ ਹੈ ਇਸ ਗਵਰਨਮੈਂਟ ਦਾ ਕਿ ਜਿਨ੍ਹਾਂ ਨੂੰ ਪਰੇ ਕਰਨਾ ਹੁੰਦਾ ਸਰ ਦਾ ਖਿਤਾਬ ਦੇ ਦੇਣਾ ਜਾਂ ਕੋਈ ਚੰਗੀ ਅਮਾਊਂਟ 'ਤੇ ਦੇਣੀ, ਲੇਕਿਨ ਸਜ਼ਾ ਉੱਦਾਂ ਦੀ ਨਹੀਂ ਦਿੰਦੇ ਜਿੱਦਾਂ ਦੀ ਅਸੀਂ ਭਾਰਤੀ ਲੋਕ ਦਿੰਦੇ ਹਾਂ। ਮੈਂ ਗੱਲ ਕਰ ਰਿਹਾ ਜਲਿਆਂਵਾਲੇ ਬਾਗ ਦੀ। ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਇੱਕ ਸਿਰਫ ਸਿੱਖ ਨੌਜਵਾਨ ਦੀ ਗੱਲ ਚੱਲੀ ਆ ਕਿ ਉਹਨੇ ਇੱਥੋਂ ਦੀ ਰਾਣੀ ਨੂੰ ਮਾਰਨ ਦੀ ਯੋਜਨਾ ਬਣਾਈ ਹੋਈ ਸੀ। ਪਿਆਰੇ ਦਰਸ਼ਕੋ, ਅਸੀਂ ਗਰੀਬ ਘਰਾਂ ਤੋਂ ਆਏ ਹੋਏ ਲੋਕ ਹਾਂ। ਅਗਰ ਇਸ ਤਰ੍ਹਾਂ ਦਾ ਕਾਰਾ ਹੋ ਜਾਏ ਤਾਂ ਫਿਰ ਜੋ ਬੀਤੇ ਸਮੇਂ ਦੇ ਵਿੱਚ ਜੋ ਦਿੱਲੀ 'ਚ ਹੋਇਆ ਸੀ ਉਹ ਸਾਡੇ ਨਾਲ ਹੋ ਸਕਦਾ। ਇੱਥੇ ਸਾਡੇ ਕੋਲ ਲਾਲ ਪਾਸਪੋਰਟ ਆ ਜਾਂ ਨੀਲੇ ਪਾਸਪੋਰਟ ਆ, ਕਿਸੇ ਨੇ ਨਹੀਂ ਪੁੱਛਣੇ। ਜੋ ਹੋਣਾ ਉਹ ਤੁਹਾਨੂੰ ਪਤਾ ਹੈ ਕਿ ਅਸੀਂ ਦੂਰ ਦਰੇਡੇ ਰਹਿੰਦੇ ਹਾਂ। ਜਦੋਂ ਰਾਣੀ ਦਾ ਕੋਈ ਬਰਥਡੇ ਹੁੰਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦਾ ਸਮਾਗਮ ਹੁੰਦਾ, ਤੁਹਾਨੂੰ ਉਹਦੀ ਭੀੜ ਤੋਂ ਅੰਦਾਜ਼ਾ ਲਾਉਣਾ ਚਾਹੀਦਾ ਕਿ 10 ਲੱਖ ਤੋਂ ਵੱਧ ਲੋਕ ਹੁੰਦੇ ਕਿ ਕਿੰਨੇ ਲੋਕ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ। ਜਿਹੜੇ ਅਸੀਂ ਹਾਂ, ਅਸੀਂ ਆਪਣੇ ਲੀਡਰਾਂ ਦੀ ਰਿਸਪੈਕਟ ਆਪਣੀ ਜਾਤ ਅਨੁਸਾਰ, ਧਰਮ ਅਨੁਸਾਰ ਕਰਦੇ ਹਾਂ, ਲੇਕਿਨ ਇਹ ਲੋਕ ਆਪਣੇ ਲੀਡਰ ਨੂੰ ਮੋਹਰੀ ਆਪਣੇ ਤਰੀਕੇ ਨਾਲ ਸਮਝਦੇ ਆ। ਸੋ ਜਿਹੜੀ ਇਹ ਘਟਨਾ ਆ ਵਾਪਰੀ ਆ, ਜਿਸ ਨੂੰ ਅਰੈਸਟ ਕੀਤਾ ਗਿਆ ਮੁੰਡੇ ਨੂੰ, ਉਸਨੇ ਕਿਹਾ ਕਿ ਮੈਂ ਜਲਿਆਂਵਾਲੇ ਬਾਗ ਦਾ ਬਦਲਾ ਲੈਣਾ। ਮੈਂ ਕਹਿ ਰਿਹਾ ਕਿ ਜੋ ਬਾਬੇ ਨਾਨਕ ਨੇ ਕਿਹਾ ਜੋ ਵਕਤ ਪਛਾਣੇ ਸੋ ਬੰਦਾ ਹੋਵੇ, ਉਹ ਸਮਾਂ ਹੋਰ ਸੀ, ਜਿਹੜਾ ਇਹ ਸਮਾਂ ਇਹ ਹੋਰ ਹੈ। ਕਿਉਂਕਿ ਇਹਦੇ 'ਤੇ ਬਹੁਤ ਸਾਰੀਆਂ ਮਾਫੀਆਂ ਵੀ ਮੰਗੀਆਂ ਜਾ ਚੁੱਕੀਆਂ। ਜੇਕਰ ਬਦਲਾ ਹੀ ਲੈਣਾ ਸੀ ਜਾਂ ਬਦਲਾ ਹੀ ਲੈਣਾ ਹੈ, ਅਗਰ ਉਸ ਨੂੰ ਲੱਗਦਾ ਆ ਕਿ ਜਲਿਆਂਵਾਲੇ ਬਾਗ ਦਾ ਬਦਲਾ ਲੈਣਾ ਚਾਹੀਦਾ, ਉਹਦੇ ਕਾਰਨਾਂ ਦੀ ਪੁੱਛ ਪੜਤਾਲ ਕੀਤਿਆਂ ਬਿਨਾਂ ਹੀ
ਜੋ ਗਾਉਣ ਵਾਲੇ ਗਾਉਂਦੇ ਨੇ ਲੰਡਨ ਦੇ ਵਿੱਚ ਸੋਧ ਦਿੱਤਾ, ਹਾਲਾਂਕਿ ਲੰਡਨ 'ਚ ਘਟਨਾ ਹੀ ਨਹੀਂ ਪਾਰਲੀਮੈਂਟ 'ਚ ਸੋਧ ਦਿੱਤਾ, ਪਾਰਲੀਮੈਂਟ 'ਚ ਘਟਨਾ ਵੀ ਨਹੀਂ ਵਾਪਰੀ, ਘਟਨ ਦੀ ਜਗ੍ਹਾ ਵੀ ਕੋਈ ਹੋਰ ਸੀ। ਜੇਕਰ ਅਸੀਂ ਧਿਆਨ ਨਾਲ ਦੇਖੀਏ ਸ਼ਹੀਦ ਊਧਮ ਸਿੰਘ ਦੀ ਤਲਾਸ਼ੀ ਵੇਲੇ ਉਹਦੇ ਕੋਲੋਂ ਕੀ ਨਿਕਲਦੇ ਆ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਮੈਂ ਉਹ ਖੁਲਾਸਾ ਵੀ ਨਹੀਂ ਕਰਾਂਗਾ, ਮੈਂ ਦੱਸਾਂਗਾ ਵੀ ਨਹੀਂ ਉਹ ਤਲਾਸ਼ੀ ਤਾਂ ਜਦੋਂ ਉਹਦੀ ਤਲਾਸ਼ੀ ਹੋਈ ਹੈ ਉਸ ਵੇਲੇ ਉਹਦੇ ਕੋਲ ਕੀ ਨਿਕਲਿਆ। ਪਿਆਰੇ ਦਰਸ਼ਕੋ, ਉਹ ਸਮਾਂ ਸੀ, ਉਹ ਕਰ ਲਿਆ, ਉਹ ਹੋ ਗਿਆ, ਉਹ ਪਾਣਾ ਵਰਤ ਗਿਆ। ਜਿਹੜੀ ਹੁਣ ਦੁਨੀਆ ਆ, ਵਟਸਐਪ ਦੀ ਦੁਨੀਆ ਆ, ਗੂਗਲ ਇੰਜਨ ਦੀ ਦੁਨੀਆ ਆ, ਇਸ ਨੂੰ ਜੀਣ ਦਾ ਲਈ ਸੌਖਿਆਂ ਜੀਣਾ ਚਾਹੀਦਾ। ਇਸ ਨੂੰ ਜੀਣ ਦੇ ਲਈ ਇਹੋ ਜਿਹੇ ਰਾਹ ਬਣਾਉਣੇ ਚਾਹੀਦੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕੀਏ, ਨਾ ਕਿ ਤਕੀਆਨੂਸੀ ਗੱਲਾਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈਗਾ। ਜੇ ਆਧਾਰ ਹੈ, ਜੇ ਕੋਈ ਸਮਝਦਾ ਜਲਿਆਂ ਵਾਲੇ ਬਾਗ ਦਾ ਬਦਲਾ ਲੈਣਾ, ਤਾਂ ਫਿਰ ਸ਼੍ਰੀ ਹਰਿਮੰਦਰ ਸਾਹਿਬ 'ਤੇ ਉਸੇ ਰਾਤ ਉਸ ਸਖਤੇ ਨੂੰ, ਉਸ ਅਡਵਾਇਰ ਨੂੰ, ਉਸ ਜਾਨਣ ਨੂੰ ਜਦੋਂ ਸਰੋਪਾ ਦਿੱਤਾ ਗਿਆ ਸੁੰਦਰ ਸਿੰਘ ਮਜੀਠੀਆ ਨੇ, ਤੇ ਜਿਸ ਮਜੀਠੀਏ ਦਾ ਬਿਕਰਮ ਸਿੰਘ ਮਜੀਠੀਏ ਦਾ ਜਿਹੜਾ ਪੋਤਾ ਆ ਉਹਦਾ ਅੱਜ ਉਹ ਗਰਜ ਕੇ ਆਪਣਾ ਰਾਜ ਕਰ ਰਿਹਾ ਆ ਔਰ ਦਬਦਬਾ ਆ। ਇਹ ਵੀ ਇਲਜ਼ਾਮ ਆ ਕਿ ਉਸ ਦੇ ਉੱਤੇ ਚਿੱਟੇ ਵੇਚਣ ਦੀਆਂ ਵੀ ਕੇਸ ਚੱਲ ਰਹੇ ਆ। ਇਸ ਵੇਲੇ ਉਹ FIR ਦਰਜ ਹੈ ਜੀ, FIR ਦਰਜ ਹੈ। ਇਸ ਵੇਲੇ ਉਹ ਪੁਲਿਸ ਸਟੇਸ਼ਨ ਆ ਜਾਂ ਜੇਲ੍ਹ 'ਚ ਆ। ਪਿਆਰੇ ਦਰਸ਼ਕੋ, ਪਹਿਲਾਂ ਜੇ ਮਾਰਨ ਦੀ ਗੱਲ ਹੋਏ, ਹਾਲਾਂਕਿ ਮੈਂ ਨਿੱਜੀ ਤੌਰ 'ਤੇ ਮੇਰੇ ਵਿਚਾਰ ਹੈ, TV ਦੇ ਵੀ ਵਿਚਾਰ ਹੈ ਕਿ ਕਿਸੇ ਨੂੰ ਵੀ ਮਾਰਨਾ ਨਹੀਂ ਚਾਹੀਦਾ। ਲੇਕਿਨ ਜੇ ਤੁਹਾਡੇ ਮਨ 'ਚ ਖਿਆਲ ਆਉਂਦਾ ਵੀ ਹੈ ਤਾਂ ਫਿਰ ਇਹ ਕਿਉਂ ਨਹੀਂ ਸੋਚਦੇ ਵੀ ਜਲਿਆਂ ਵਾਲੇ ਬਾਗ ਦੇ ਵੇਲੇ ਉਸੇ ਸ਼ਾਮ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਉਸ ਵਿਅਕਤੀ ਨੂੰ ਸਰੋਪਾ ਦਿੱਤਾ ਗਿਆ ਜਿਹਨੇ ਜਲਿਆਂ ਵਾਲੇ ਬਾਗ ਦੇ ਵਿੱਚ ਇੱਕੋ ਹੀ ਰਸਤਾ ਉਹਦੇ ਮੂਹਰੇ ਰੋਕ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ। ਲੋਕਾਂ ਨੂੰ ਜਗ੍ਹਾ ਨਹੀਂ ਸੀ ਮਿਲਦੀ, ਖੂਹਾਂ ਦੇ ਵਿੱਚ ਖੂਹ ਸੀ ਉੱਥੇ, ਉਹਨਾਂ ਨੇ ਖੂਹਾਂ ਦੇ ਵਿੱਚ ਵੀ ਛਾਲਾਂ ਮਾਰ ਦਿੱਤੀਆਂ। ਕਿਉਂ ਨਹੀਂ ਮਾਰਿਆ ਗਿਆ ਸੁੰਦਰ ਸਿੰਘ ਮਜੀਠੀਏ ਨੂੰ, ਜਿਹੜਾ ਰਾਤ ਦਾ ਖਾਣਾ ਇਸ ਖੁਸ਼ੀ ਦੇ ਵਿੱਚ ਦਿੱਤਾ ਸੀ ਵੀ ਤੂੰ ਗੋਲੀ ਚਲਾਈ, ਬਹੁਤ ਵਧੀਆ ਕੰਮ ਕੀਤਾ। ਫਿਰ ਦਰਸ਼ਕੋ, ਮੈਂ ਬੇਨਤੀ ਕਰਾਂਗਾ ਕਿ ਸੰਜਮ ਬਣਾ ਕੇ ਰੱਖਣਾ ਚਾਹੀਦੀ, ਧੀਰਜ ਹੋਣਾ ਚਾਹੀਦਾ ਸਾਡੇ ਕੋਲ। ਕਿਸੇ ਗੱਲ ਨੂੰ ਐਵੇਂ ਗਾਇਕਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਮਗਰ ਜਾ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਘਟਾਉਣੀਆਂ ਚਾਹੀਦੀਆਂ। ਟੈਲੀਫੋਨ ਦੀਆਂ ਲਾਈਨਾਂ ਹੁਣ ਤੋਂ ਹੀ ਖੁੱਲ੍ਹੀਆਂ ਆ, ਤੁਸੀਂ ਆਪਣੇ ਵਿਚਾਰ ਵੀ ਦੇ ਸਕਦੇ ਹੋ, ਕਿਉਂਕਿ ਸਾਡੇ ਕੋਲ ਹੋਰ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਇਸ ਜਲਿਆਂ ਵਾਲੇ ਬਾਗ ਨੂੰ ਲੈ ਕੇ, ਅਸੀਂ ਇੱਥੇ ਕਿੱਦਾਂ ਰਹਿ ਰਹੇ, ਅਸੀਂ ਤਾਂ ਭਾਈ ਬਹੁਤ ਗਰੀਬ ਫੈਮਿਲੀ 'ਚੋਂ ਹੈਗੇ ਹਾਂ, ਅਸੀਂ ਤਾਂ ਰੋਜ਼ ਦੇ ਡੰਗ ਦਾ ਡੰਗ ਖਾਣ ਵਾਲੇ ਲੋਕ ਹਾਂ। ਤੁਸੀਂ ਹੋ ਸਕਦਾ ਅਮੀਰ ਪਰਿਵਾਰਾਂ 'ਚੋਂ ਆਏ ਹੋ, ਤੁਹਾਡੇ ਕੋਲ ਬੜਬੜੀਆਂ ਜਗੀਰਦਾਰ ਫੈਮਲੀਆਂ 'ਚ ਹੋਵੋਗੇ, ਤੁਸੀਂ ਜ਼ਮੀਨਾਂ ਦੇ ਮਾਲਕ ਹੋਵੋਗੇ। ਅਸੀਂ 4 ਮਰਲਿਆਂ 'ਚ ਰਹਿਣ ਵਾਲੇ 4 ਮੈਂਬਰ ਹਾਂ। ਸੋ ਬੇਨਤੀ ਇਹ ਆ ਕਿ ਅਸੀਂ ਜੇ ਬਿਹਤਰ ਜ਼ਿੰਦਗੀ ਦੀ ਤਲਾਸ਼ 'ਚ ਇਸ ਕੰਟਰੀ 'ਚ ਆਏ ਹਾਂ ਤਾਂ ਕਿਰਪਾ ਕਰਕੇ ਆਪਣਾ ਸੰਜਮ ਬਣਾ ਕੇ ਰੱਖੋ ਕਿ ਉਹੋ ਜਿਹੀਆਂ ਘਟਨਾਵਾਂ ਨਾ ਘਟਣ ਕਿ ਸਾਨੂੰ ਵਾਪਸ ਜਾਣਾ ਪੈ ਜਾਵੇ। ਔਰ ਵੈਸੇ ਵੀ ਪਾਰਲੀਮੈਂਟ ਜਿਹੜਾ ਇਹੋ ਜਿਹਾ ਇੱਕ ਕਾਨੂੰਨ ਲੈ ਕੇ ਆਇਆ, ਪਾਸ ਤਾਂ ਨਹੀਂ ਹੋਇਆ ਅਜੇ, ਪਰ ਉਹ ਕਾਨੂੰਨ ਲੈ ਕੇ ਆਇਆ। ਚੱਲਦੇ ਹਾਂ ਭਗਵੰਤ ਜੀ ਵੱਲ। ਭਗਵੰਤ ਜੀ, ਇਸ ਘਟਨਾ ਦੇ ਉੱਤੇ ਤੁਸੀਂ ਕੀ ਗੱਲ ਕਰੋਗੇ? ਫਿਰ ਦਰਸ਼ਕੋ, ਟੈਲੀਫੋਨ ਦੀਆਂ ਲਾਈਨਾਂ ਖੁੱਲ੍ਹੀਆਂ ਨੇ, ਜਦ ਮਰਜ਼ੀ ਕਾਲ ਕਰ ਸਕਦੇ ਜੀ। ਭਗਵੰਤ ਚਾਲ ਜੀ, ਜਿਹੜੀ ਇਹ ਘਟਨਾ ਵਾਪਰੀ ਆ, ਉਹ ਜਸਵੀਰ ਸਿੰਘ ਚਾਹਲ ਨਾਂ ਦਾ ਨੌਜਵਾਨ ਹੈ 100 ਸਾਲ ਤੋਂ, ਅਤੇ ਉਸ ਦੇ ਜਿਹੜਾ ਉਹਨੇ ਐਕਟ ਕੀਤਾ, ਜਿਹੜੀ ਉਹਦੀ ਕਾਰਵਾਈ ਆ, ਅਸੀਂ ਉਹਦੇ ਨਾਲ ਸਹਿਮਤ ਨਹੀਂ ਹਾਂ। ਕਿਉਂਕਿ ਇੱਥੇ ਜਿਹੜਾ ਅਸੀਂ ਇੰਗਲੈਂਡ ਦੇ ਵਿੱਚ ਰਹਿੰਦੇ ਹਾਂ, ਜਿਹੜਾ ਮੁਲਕਾਂ 'ਚ ਰਹਿੰਦੇ ਹਾਂ, ਤਾਂ ਇਹ ਸੋ ਕਾਲਡ ਅਸੀਂ ਸੱਭਿਅ ਮੁਲਕ ਕਹਿੰਦੇ ਹਾਂ ਇਹਨਾਂ ਨੂੰ, ਅਤੇ ਉਸ ਦੇ ਤਹਿਤ ਸਾਨੂੰ ਇੱਥੇ ਦਾ ਜਿਹੜਾ ਕਾਨੂੰਨ ਆ ਉਸ ਨੂੰ ਹੱਥ 'ਚ ਲੈਣਾ ਅਸੀਂ ਮੁਨਾਸਬ ਨਹੀਂ ਸਮਝਦੇ। ਇੰਗਲੈਂਡ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਊਗਾ ਕਿ ਇੱਥੇ, ਜਿਸ ਦਾ ਕਿ ਮੈਂ ਵੀ ਆਪ ਵੀ ਮੈਂਬਰ ਹਾਂ, ਅਤੇ ਇੱਕ ਜਲਿਆਂਵਾਲਾ ਬਾਗ ਸੈਂਟੀਨਰੀ ਕਮੇਟੀ ਜਿਹੜੀ ਸਰਕਾਰ ਦੇ ਉੱਤੇ ਅਸੀਂ ਇਹ ਪ੍ਰੈਸ਼ਰ ਪਾਉਂਦੇ ਪਏ ਹਾਂ, ਉਹਨਾਂ ਨੂੰ ਮੰਗ ਕਰਦੇ ਪਏ ਹਾਂ। ਸਰਕਾਰ ਦੇ ਨਾਲ ਸਾਡੀਆਂ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੀ ਲੌਬੀ ਹੋ ਚੁੱਕੀ ਹੈ, ਉਹਨਾਂ ਨਾਲ ਮੀਟਿੰਗ ਵੀ ਹੋ ਚੁੱਕੀ ਹੈ, MPs ਦੇ ਨਾਲ ਮੀਟਿੰਗ ਵੀ ਹੁੰਦੀ ਪਈ ਹੈ, ਅਤੇ ਤੁਹਾਨੂੰ ਵੀ ਪਤਾ ਹੋਵੇਗਾ ਹਾਊਸ ਆਫ ਲੋਰਡਸ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਡਿਸਕਸ਼ਨ ਹੋਈ ਹੈ ਕਿ ਜੋ ਜਲਿਆਂਵਾਲਾ ਕਾਂਡ ਹੋਇਆ, ਜੋ ਨਿਹੱਥੇ ਲੋਕ ਉੱਥੇ 1500 ਦੇ ਕਰੀਬ ਲਗਭਗ ਸ਼ਹੀਦ ਕੀਤੇ ਗਏ ਨੇ, ਆਫੀਸ਼ੀਅਲ ਫਿਗਰ ਤਾਂ 396 ਦੱਸਦੇ ਨੇ, ਅਤੇ ਜਿਹੜੀ ਉਸ ਤੋਂ ਕਿਤੇ ਜ਼ਿਆਦਾ ਆ, ਉਸ ਇੱਕ ਗਲਤ ਐਕਟ ਨੂੰ ਇਹਨਾਂ ਨੇ ਜੇ ਮਾਫੀ ਨਹੀਂ ਮੰਗਦੇ ਪਏ, ਉਸ ਦੇ ਨਾਲ ਜਿਹੜੀ ਹੈ ਲੋਕਾਂ ਦੇ ਵਿੱਚ ਇਹ ਰੋਸ ਹੈ, ਉਹ ਰੋਸ ਦੇ ਵਿੱਚੋਂ ਹੀ ਜਿਹੜੇ ਨੌਜਵਾਨ ਇਸ ਤਰ੍ਹਾਂ ਦੇ ਉਹ ਲੈਂਦੇ ਨੇ। ਅਤੇ ਅਸੀਂ ਸਰਕਾਰ ਨੂੰ ਚਿੱਠੀ ਵੀ ਅੱਜ ਲਿਖੀ ਆ ਕਿ ਤੁਸੀਂ ਇਸ ਜਿਹੜੀ ਉਸ ਘਟਨਾ ਆ ਉਸ ਦੇ ਲਈ ਆਪਣੀ ਗੁਸਤਾਖੀ ਦੀ ਮਾਫੀ ਮੰਗੋ, ਅਤੇ ਜਿਸ ਦੇ ਨਾਲ ਉਹ ਲੋਕ, ਭਾਰਤ ਦੇ ਲੋਕ, ਪੰਜਾਬ ਦੇ ਲੋਕ, ਅਤੇ ਜਿਹੜਾ ਇਸ ਟਾਈਮ ਪੰਜਾਬ ਪਾਕਿਸਤਾਨ ਦੇ ਵਿੱਚ ਚਲਾ ਗਿਆ, ਉਹ ਲੋਕਾਂ ਦੇ ਮਨਾਂ ਨੂੰ ਇਹ ਸ਼ਾਂਤੀ ਮਿਲੇ, ਉਹਨਾਂ ਨੂੰ ਇਹ ਫੀਲ ਲੱਗੇ
क्योंकि जो कुछ उत्थे ਜਿਹੜਾ ਕੁਝ ਵਾਪਰਿਆ ਸੀ, ਜਿਹੜੇ ਲੋਕ ਸ਼ਹੀਦ ਕੀਤੇ ਗਏ ਨੇ ਉਹ ਤਾਂ ਹੋਏ ਨੇ, ਜਿਹੜੀ ਉੱਥੇ ਉਹਨਾਂ ਨੂੰ ਕਰੋਲਿੰਗ ਕਰਾਈ ਗਈ, ਉਹਨਾਂ ਨੂੰ ਥੱਲੇ ਕਿ ਸੜਕੇ ਚਲਾਉਣ ਲਈ ਲਗਭਗ 7 ਦਿਨ ਲੋਕਾਂ ਨੂੰ ਮਜਬੂਰ ਕੀਤਾ ਗਿਆ। ਉਹ ਗਲੀ ਦੇ ਵਿੱਚੋਂ ਜਿੱਥੇ ਇੱਕ ਲੇਡੀ ਨੂੰ ਅੰਗਰੇਜ਼ ਔਰਤ ਸੀ ਟੀਚਰ, ਉਸ ਨੂੰ ਲੋਕਾਂ ਨੇ ਕੁੱਟਿਆ, ਮਾਰਿਆ ਨਹੀਂ, ਕੁੱਟਿਆ ਸੀ ਬੁਰੀ ਤਰ੍ਹਾਂ। ਅਤੇ ਇਹ ਸਾਰਾ ਕੁਛ ਹੈਗਾ ਜਿਹੜਾ ਲੋਕਾਂ ਦੇ ਵਿੱਚ ਇਹ ਰੋਸ਼ ਹੈਗਾ, ਦਿਲਾਂ 'ਚ ਦਰਦ ਹੈਗਾ, ਲੋਕਾਂ ਦੇ ਵਿੱਚ ਇੱਕ ਭਾਵਨਾ ਹੈਗੀ ਆ, ਅਤੇ ਉਸ ਨੂੰ ਠੰਡਾ ਕਰਨ ਲਈ, ਉਸ ਨੂੰ ਮੰਨਣ ਲਈ ਸਰਕਾਰ ਨੂੰ ਚਾਹੀਦਾ ਕਿ ਜਿੰਨੀ ਛੇਤੀ ਹੁੰਦੀ ਆ ਉਸ ਗੱਲ ਦੀ ਉਹ ਮਾफ़ੀ ਮੰਗੇ। ਅਤੇ ਇਹਨਾਂ ਮਾफ़ੀ ਨਹੀਂ ਮੰਗਦੇ ਪਏ, ਪਰ ਇਹ ਗੱਲ ਦੇ ਲਈ ਕਹਿੰਦੇ ਨੇ ਕਿ ਸਾਨੂੰ ਅਫਸੋਸ ਹੈ ਜੋ ਕੁਛ ਹੋਇਆ ਉਹਦੇ ਲਈ ਸਾਨੂੰ ਅਫਸੋਸ ਹੈ। ਉਸ ਟਾਈਮ ਦੇ ਵਿੱਚ ਚਰਚਿਲ ਨੇ ਵੀ ਕਿਹਾ ਸੀ ਕਿ ਮਾੜੀ ਘਟਨਾ ਆ, ਪਰ ਇਹ ਅਸੀਂ ਕਹਿੰਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਨੂੰ ਸਰਕਾਰ ਨੂੰ ਮੰਨਣਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਅਗਰ ਇਹ ਘਟਨਾ ਵਾਪਰੀ ਹੈ ਤਾਂ ਉਸ ਨੂੰ ਪਿਆਰ ਦੇ ਨਾਲ ਜਿਹੜੀਆਂ ਚਿੱਠੀਆਂ, ਬੇਨਤੀ ਦੇ ਨਾਲ ਚਿੱਠੀਆਂ ਲਿਖੀਆਂ ਜਾਣੀਆਂ ਚਾਹੀਦੀਆਂ। ਲੇਕਿਨ ਇਸ ਤਰ੍ਹਾਂ ਦੀ ਜੋ ਕਿਰਪਾਨ ਕੱਢ ਕੇ ਜਾਂ ਕੋਈ ਸ਼ਸਤਰ ਲੈ ਕੇ, ਇਹ ਮੇਰਾ ਖਿਆਲ ਕੋਈ ਵੀ ਦੇਸ਼ ਇਜਾਜ਼ਤ ਨਹੀਂ ਦਿੰਦਾ। ਹੋਰ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਬਹੁਤ ਸਾਰੀਆਂ, ਪਹਿਲਾਂ ਅਸੀਂ ਇੱਕ ਕਾਲ ਲੈ ਲਈਏ। ਜੈ ਗੁਰਦੇਵ, ਜੈ ਭੀਮ ਜੀ। ਹਾਂਜੀ, ਧੰਨ ਗੁਰਦੇਵ ਜੀ, ਜੈ ਭੀਮ। ਮੈਂ ਚਰਨਜੀਤ ਸਿੰਘ ਬੋਲਦਾ ਕੁਆਂਟੀ ਤੋਂ ਜੀ। ਹਾਂਜੀ, ਤੁਹਾਡਾ ਦੋਹਾਂ ਵੀਰਾਂ ਦਾ ਧੰਨਵਾਦ ਵੀ ਕਰਦੇ ਹਾਂ, ਅਤੇ ਕਿਉਂਕਿ ਤੁਹਾਨੂੰ ਕਾਫੀ ਸੂਝਵਾਨ ਹੈਗੇ ਆ, ਅਤੇ ਆਪਣੇ ਭਗਵੰਤ ਜੀ ਹੁਣੀ ਵੀ। ਅਤੇ ਜਿੱਦਾਂ ਹੈਗਾ, ਕਿਉਂਕਿ ਜੋ ਵੀ ਹੈ ਕਿਸੇ ਨੂੰ ਮਾਰਨਾ ਜਿੱਦਾਂ ਹੈਗਾ, ਉਹ ਵਿਚਾਰੀ ਤਾਂ ਜੇ ਰਾਣੀ ਨੂੰ ਮਾਰਦਾ ਜਿੱਦਾਂ ਹੈਗਾ, ਉਹ ਤਾਂ ਵਿਚਾਰੀ ਆਪ ਸਿਆਣੀ ਹੈਗੀ ਹੈ ਜਿੱਦਾਂ। ਅਤੇ ਦੂਸਰੀ ਹੈਗੀ ਉਹਨੂੰ, ਕਿਉਂਕਿ ਜਿਹੜੇ ਇਹ ਵੀ ਅੱਜ ਤੋਂ ਕੋਈ 100 ਸਾਲ ਪਹਿਲਾਂ ਜਿਹੜੀ ਘਟਨਾ ਹੋਈ ਹੈਗੀ ਆ, ਤਾਂ ਉਹਦਾ ਸਭ ਨੂੰ ਉਹਦੀ ਮਾफ़ੀ ਮੰਗ ਲਈ ਹੈਗੇ, ਅਤੇ ਆਪਣੇ ਵੀ ਕਰਦੇ ਜਿਹੜੇ ਹੈਗੇ ਆ। ਅਤੇ ਆਪਣਾ ਦੇਖਿਆ ਜਾਵੇ, ਜਦੋਂ ਵੀ ਕੋਈ ਮਾਫ਼ੀ ਮੰਗਦਾ ਹੈਗਾ, ਉਹ ਕੁਛ ਨਾ ਕੁਛ ਜਿਹੜਾ ਪਛਤਾਵਾ ਉਹਨੂੰ ਹੁੰਦਾ ਹੈਗਾ। ਅਤੇ ਆਪਾਂ ਜੇ ਮੁੜ ਕੇ ਉੱਦਾਂ ਦੀ ਗੱਲਾਂ ਜਿਹੜੀਆਂ ਹੈ ਬਣਾਉਣੀਆਂ ਚਾਹੀਦੀਆਂ, ਜੋ ਕੋ ਆਪਾਂ ਦੇਖ ਜਾਈਏ ਇੰਡੀਆ ਦੇ ਹੋ ਰਿਹਾ ਹੈਗਾ। ਕਿਉਂਕਿ ਜੇ ਐਵੇਂ ਕਿਸੇ ਨੂੰ ਮਾਰ ਦੇਣਾ ਬਗੈਰ ਪੁੱਛੇ ਦੱਸੇ ਤੋਂ, ਇਹ ਸਹੀ ਨਹੀਂ ਲੱਗਦਾ ਕਦੀ ਵੀ ਕਿਸੇ 'ਤੇ। ਜੇ ਤੁਸੀਂ ਇੱਕ ਦੂਸਰੇ ਲੜਾਈ ਹੁੰਦੀ ਹੈਗੀ ਆ, ਉਹ ਜੁਦੀ ਗੱਲ ਆ। ਜੇ ਕਿਸੇ ਦੇ ਵਾਪਰ ਜਾਏ, ਹਥਿਆਰ ਵੀ ਨਹੀਂ ਹੈਗਾ, ਜਾਂ ਉੱਦਾਂ ਵਿਚਾਰਾ ਕੋਈ ਹੈਗਾ ਸਿਆਣਾ ਬੰਦਾ, ਉਹਨੂੰ ਮਾਰ ਦੇਣਾ ਹੈਗਾ, ਅਤੇ ਕੋਈ ਹੈਗਾ ਕੋਈ ਮਹਿਨਾ ਨਹੀਂ ਦਿਖਾਉਂਦਾ ਹੈਗਾ। ਜੇਕਰ ਇਹ ਮੰਦਭਾਗੀ ਘਟਨਾ ਸੱਚਮੁੱਚ ਵਾਪਰ ਜਾਏ ਤੇ ਫਿਰ ਜਿਹੜੇ ਸਾਡਾ ਹਾਲ ਕੀ ਹੋਏਗਾ, ਤੁਸੀਂ ਇਹ ਸੋਚ ਸਕਦੇ ਹੋ? ਉਹ ਹਾਂਜੀ, ਕਿਉਂਕਿ ਦੇਖੋ ਉਹਦੇ ਇਹਨਾਂ ਕਰਕੇ ਇਹਦੇ ਜੇ ਹੋਰ ਦੇਖੋ ਪਤਾ ਨਹੀਂ ਕਿੰਨੇ, ਜਿੱਦਾਂ ਆਪਣਾ ਇੰਡੀਆ 'ਚ ਵੀ ਜਿਹੜੀ ਆਪਣੇ ਵੀ ਹੋਇਆ ਹੈਗਾ ਘਟਨਾ ਹੁੰਦੀ ਹੈਗੀ, ਉਹਦੇ ਕਰਕੇ ਜਿੱਦਾਂ ਲੱਪਣ ਇੱਕ ਦੂਸਰੇ ਮਾਰਨ ਤਾਂ ਕਿੱਦਾਂ ਵੀ ਹੈਗਾ ਮੁਲਕ ਦੇ ਜਿਹੜੇ ਕੋਈ ਹੈਗਾ ਹਾਲਾਤ ਖਰਾਬ ਹੋ ਸਕਦੇ ਹੈਗੇ ਆ। ਸੋ ਆਪਾਂ ਬਾਕੀ ਨੇ ਅਫਸਰ ਤੇ ਇਹ ਨਹੀਂ ਸੋਚਣਾ ਚਾਹੀਦਾ, ਹੋਰਨਾਂ ਵੀ ਸੋਚਣਾ ਚਾਹੀਦਾ ਹੈਗਾ। ਜਿੱਦਾਂ ਤੁਸੀਂ ਦੱਸਿਆ, ਆਪਾਂ ਗਰੀਬ ਜਨਤਾ ਵੀ ਇੱਥੇ ਬਥੇਰੀ ਹੈਗੀ ਆ, ਆਪਾਂ ਵੀ ਚੰਗੇ ਜਿੱਦਾਂ ਲਾਈਫ ਲਈ ਇੱਥੇ ਆਏ ਹੈਗੇ ਆ ਜੀ, ਤੇ ਜਿੱਦਾਂ ਹੈਗਾ ਤਾਂ ਕਿ ਉਹਨਾਂ ਦਾ ਵੀ ਜਿਹੜਾ ਹੈਗਾ ਤਾਂ ਖਰਾਬ ਨਾ ਹੋਵੇ, ਇਸ ਕਰਕੇ ਆਪਾਂ ਜਿੱਦਾਂ ਵੀ ਹੈਗਾ ਤੇ ਇੱਕ ਦੂਸਰੇ ਜਿਹੜੀ ਹੈਗੀ ਆ ਜਿਹੜੀ ਮਾਫੀ ਜਿਹੜੀ ਹੈਗੀ ਆ ਬਹੁਤ ਵੱਡੀ ਚੀਜ਼ ਹੈਗੀ ਆ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਤੁਸੀਂ ਬ੍ਰਿਟਿਸ਼ ਪਾਸਪੋਰਟ ਹੋ ਜੀ? हाँ जी, मैं चालसा वेखो ब्रिटिश पासपोर्ट ਇੰਨਾ ਬਹੁਤਾ। ਪਿਆਰ ਦਰਸ਼ਕੋ, ਜਦੋਂ ਅਸੀਂ ਬ੍ਰਿਟਿਸ਼ ਪਾਸਪੋਰਟ ਦੇ ਨਾਲ ਰਹਿ ਰਹੇ ਹਾਂ, ਉਦੋਂ ਸਾਡਾ ਦੇਸ਼ ਇਹ ਆ, ਔਰ ਆਪਣੇ ਦੇਸ਼ ਨੂੰ ਮੰਨਣਾ ਪਊਗਾ ਸਾਨੂੰ, ਕਿਉਂਕਿ ਭਾਵੇਂ ਅਸੀਂ ਬ੍ਰਿਟਿਸ਼ ਪਾਸਪੋਰਟ ਲੈ ਕੇ ਰਹਿ ਰਹੇ ਹਾਂ, ਪਰ ਦਿਲ ਸਾਡਾ ਇੰਡੀਆ ਦੀਆਂ ਘਟਨਾਕ੍ਰਮਾਂ ਨਾਲ ਖੈਰ ਜੁੜਨਾ ਤਾਂ ਹੈ, ਲੇਕਿਨ ਸੰਜਮ ਜਿਹੜਾ ਆ ਉਹ ਜ਼ਰੂਰੀ ਆ। ਜਿਹੜਾ ਇਹਨਾਂ ਨੇ 1500 ਦੱਸਿਓ, ਜਿਹੜੇ 1500 ਸੀ ਜਲਿਆਂਵਾਲੇ ਬਾਗ ਦੇ ਵਿੱਚ, ਉਹ ਕਰਨ ਕੀ ਆਏ ਸੀ? ਆਜ਼ਾਦੀ ਦੀ ਤਾਂ ਲੜਾਈ ਨਹੀਂ ਸੀ ਉਹ। ਜੇਕਰ ਆਜ਼ਾਦੀ ਦੀ ਲੜਾਈ ਹੁੰਦੀ ਤਾਂ ਹਰਿਮੰਦਰ ਸਾਹਿਬ ਦੇ ਵਿੱਚ ਸਰੂਪਾ ਨਾ ਦਿੱਤਾ ਜਾਂਦਾ। ਜੇ ਆਜ਼ਾਦੀ ਦੀ ਲੜਾਈ ਹੁੰਦੀ ਤਾਂ ਸੁੰਦਰ ਸਿੰਘ ਮਜੀਠੀਆ ਉਹਨੂੰ ਘਰ ਖਾਣਾ ਨਾ ਖਿਲਾਉਂਦਾ। ਇਹ ਕੌਣ ਸੱਦ ਕੇ ਲਿਆ ਸੀ ਅਡਵਾਰ ਨੂੰ ਵੀ ਤੂੰ ਇਹ 1500 ਲੋਕ ਆ, ਇਹ ਕੁਛ ਕੀ ਕਰਨ ਲੱਗੇ, ਕੀ ਕਰਨ ਆਏ ਆ, ਇਹਨਾਂ 'ਤੇ ਗੋਲੀ ਕਿਉਂ ਚਲਾਈ ਗਈ? ਆਜ਼ਾਦੀ ਗੁਲਾਟੀਏ ਨਹੀਂ ਸੀ ਉਹ, ਸਮਾਂ ਦੱਸੇਗਾ ਉਹ ਕੀ ਸੀ। ਅੱਜ ਇੰਨੀ ਕੁ ਗੱਲ ਆ, ਅਸੀਂ ਗਾਂ ਹੌਲੀ ਹੌਲੀ ਦੱਸਾਂਗੇ ਵੀ ਉਹ ਕੌਣ ਲੋਕ ਸੀ ਜੀ। ਇੱਕ ਕਾਲ ਲਈਏ। ਜੈ ਗੁਰਦੇਵ, ਜੈ ਭੀਮ ਜੀ। ਜੈ ਗੁਰਦੇਵ ਜੀ। ਜੀ ਤੁਸੀਂ ਆਉਣੇ ਰਾਜੀ? ਹਾਂਜੀ, ਮੈਂ ਚਰਨਜੀਤ ਬੋਲ ਰਹੀ ਕਵੰਟੀ ਤੋਂ ਜੀ। ਚਲ ਸਾਹਿਬ, ਤੁਹਾਡਾ ਅੱਜ ਦਾ ਟੌਪਿਕ ਬਹੁਤ ਜ਼ਿਆਦਾ ਵਧੀਆ ਹੈਗਾ, ਜਲਿਆਂਵਾਲੇ ਬਾਗ ਦੇ ਬਾਰੇ ਜੀ। ਮੇਰਾ ਵਿਚਾਰ ਇਹ ਹੈਗਾ ਵੀ ਅਸੀਂ ਆਪਣੀ ਗਰੀਬੀ ਬਚਾਉਣ ਲਈ, ਆਪਣੀ ਐਜੂਕੇਸ਼ਨ ਲੈਣ ਲਈ, ਆਪਣੇ ਪਰਿਵਾਰਾਂ ਦੀ ਡਿਵੈਲਪਮੈਂਟ ਲਈ ਤੰਗੀਆਂ ਦੇ ਵਿੱਚੋਂ ਇਸ ਮੁਲਕ ਦੇ ਵਿੱਚ ਆ ਕੇ ਬੈਠੇ ਆ ਜੀ। ਠੀਕ ਆ, ਹਰ ਇਨਸਾਨ ਆਪਣੇ ਪਿਛੋਕੜ ਦੇ ਨਾਲ ਜੁੜਿਆ ਹੋਇਆ, ਉਹਨੂੰ ਆਪਣੀ ਮੁਲਕ ਦੇ ਨਾਲ ਬਹੁਤ ਪਿਆਰ ਆ, ਪਰ ਜਦੋਂ ਅਸੀਂ ਮੁਲਕ ਛੱਡਦੇ ਆ, ਛੱਡਦੇ ਵੀ ਤਾਂ ਮਜਬੂਰੀਆਂ ਦੇ ਵਿੱਚ ਹੀ ਆ, ਤੇ ਜਿਨ੍ਹਾਂ ਦੇ ਕਰਕੇ ਅਸੀਂ ਇੱਥੇ ਰਹਿੰਦੇ ਆ
ਫਿਰ ਜੇ ਅਸੀਂ ਉਹੀ ਗੱਲਾਂ ਆਪਣੇ ਦਿਲ ਦੇ ਵਿੱਚ ਰੱਖ ਕੇ ਸੋਚਦੇ ਹਾਂ ਉਹਨਾਂ ਨੂੰ ਅਸੀਂ ਮਾਰ ਦੇਣਾ, ਉਹਨਾਂ ਨੇ ਜਲਿਆਂਵਾਲਾ ਬਾਗ ਦਾ ਕਾਂਡ ਕੀਤਾ ਸੀ, ਉਹ ਤਾਂ ਜਦੋਂ ਅਸੀਂ ਆਏ ਸੀ ਉਦੋਂ ਵੀ ਸਾਨੂੰ ਪਤਾ ਹੀ ਸੀਗਾ ਵੀ ਜਲਿਆਂਵਾਲਾ ਬਾਗ ਜਿਹੜਾ ਹੈਗਾ ਵੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੋਇਆ ਜਦੋਂ ਉਹ ਭਾਰਤ ਤੇ ਰਾਜ ਕਰਦੇ ਸੀ। ਫਿਰ ਵੀ ਅਸੀਂ ਆਣਾ ਸਵੀਕਾਰ ਕੀਤਾ। ਅੱਜ ਵੀ ਆਪਣਾ ਹਰ ਬੰਦਾ ਜਿਹੜਾ ਉੱਥੇ ਤੰਗੀ ਦੀ ਜ਼ਿੰਦਗੀ ਜੀਂਦਾ ਉਹ ਇੱਥੇ ਆਉਣਾ ਚਾਹੁੰਦਾ। ਕਿਉਂ ਆਉਣਾ ਚਾਹੁੰਦਾ? ਕਿਉਂਕਿ ਬੱਚਿਆਂ ਦਾ ਫਿਊਚਰ ਆ ਇੱਥੇ। ਹਰ ਇਨਸਾਨ ਚਾਹੁੰਦਾ ਸਾਡੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਮਿਲੇ, ਪਰ ਉਹਦੇ ਨਾਲ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਮੱਤ ਵੀ ਦੇਣੀ ਚਾਹੀਦੀ ਆ ਵੀ ਅੱਜ ਅਸੀਂ ਜੇ ਉਹ ਜੋ ਕੁਛ ਉਹ ਕਹਿ ਰਿਹਾ, ਜੋ ਕੁਛ ਉਹਨੇ ਲਿਖਿਆ, ਮੈਂ ਸਾਰਾ ਪੜ੍ਹਿਆ, ਜੋ ਕੁਛ ਉਹ ਕਹਿ ਰਿਹਾ, ਜੇ ਉਹ ਵਾਪਰ ਜਾਂਦਾ ਸਾਡੀ ਕੀ ਹਾਲਤ ਬਣਦੀ ਹੈ ਇਸ ਮੁਲਕ ਦੇ ਵਿੱਚ। ਛੋਟਾ ਜਿਹਾ ਕਾਨੂੰਨ ਬਣਾਉਣ ਦੇ ਉੱਤੇ ਜਦੋਂ ਕੋਈ ਵੀ ਕਾਨੂੰਨ ਬਣਦਾ ਅਸੀਂ ਤੜਫ ਉੱਠਦੇ ਆ ਵੀ ਸਾਡੀ ਕਮਿਊਨਿਟੀ ਦੇ ਅਗੇਂਸਟ ਬਣਾ ਰਿਹਾ, ਇਹ ਬਾਹਰਲੇ ਮੁਲਕਾਂ ਵਾਲਿਆਂ ਲਈ ਬਣਾ ਰਿਹਾ। ਉਹਨਾਂ ਦੀ ਕੰਟਰੀ ਵਿੱਚ ਰਹਿੰਦਿਆਂ ਹੋਏ ਅਸੀਂ ਉਹਨਾਂ ਨੂੰ ਮਾਰਨ ਦੀਆਂ ਗੱਲਾਂ ਕਰਦੇ ਆ, ਇਹ ਕੋਈ ਵਾਜਬ ਗੱਲ ਨਹੀਂ। ਬਿਲਕੁਲ ਜੀ, ਜੇਕਰ ਇਹ ਭਾਣਾ ਵਰਤ ਜਾਂਦਾ ਤੁਸੀਂ ਫੀਲ ਕਰੋ, ਮਹਿਸੂਸ ਕਰੋ, ਸਿਨਾਰੀਓ ਬਣਾਓ ਕਿ ਸਾਡੇ ਬੱਚਿਆਂ ਦੇ ਗਲਾਂ 'ਚ ਟਾਇਰ ਪਾਏ ਹੋਣ, ਚੀਕ ਚਿਹਾੜਾ ਪਾਇਆ ਹੋਵੇ, ਕਿਵੇਂ ਲੱਗੇਗਾ? ਨਹੀਂ, ਅਸੀਂ ਆਪਣੇ ਦੁੱਖ ਲਈ ਤਾਂ ਬਹੁਤ ਤੜਫਦੇ ਆ, ਪਰ ਉਹੀ ਗੱਲਾਂ ਅਸੀਂ ਦੂਸਰਿਆਂ ਲਈ ਸੋਚਦੇ ਆ ਜੀ। ਬਿਲਕੁਲ ਜੀ, ਬਹੁਤ ਮਿਹਰਬਾਨੀ ਜੀ ਤੁਹਾਡੀ। ਹਾਂਜੀ, ਥੈਂਕ ਯੂ। ਪਿਆਰੇ ਦਰਸ਼ਕੋ, ਮੈਂ ਗੱਲ ਕਰ ਰਿਹਾ ਸੀ, ਭਗਵੰਤ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਜੀ। ਭਗਵੰਤ, ਅਸੀਂ ਇੱਥੇ ਮੇਰੇ ਖਿਆਲ ਬਹੁਤੇ ਮੇਰੇ ਵੀਰਾਂ ਨੂੰ ਪਤਾ ਹੋਊਗਾ ਕਿ ਅਸੀਂ ਇੰਗਲੈਂਡ ਦੇ ਵਿੱਚ ਆਪਣੀ ਕਮੇਟੀ ਦੇ ਤਰਫੋਂ ਜਿਹੜੀ ਜਲਿਆਂਵਾਲਾ ਬਾਗ ਸੈਂਟੀਨਰੀ ਕਮੇਟੀ ਆ, ਇੱਥੇ ਲੋਕਾਂ ਕੋਲੋਂ ਅਸੀਂ ਸਾਈਨ ਵੀ ਕਰਵਾਏ ਨੇ ਬਹੁਤ ਸਾਰੇ। ਲਗਭਗ ਬਰਮਿੰਘਮ ਦੇ ਵਿੱਚ 6-7 ਹਜ਼ਾਰ ਸਾਈਨ ਤਾਂ ਮੈਂ ਕਰਵਾਇਆ ਇੱਥੇ ਕਿ ਉਹ ਸਰਕਾਰ ਮਾਫੀ ਮੰਗੇ। ਇਹ ਜਿਹੜੇ ਮੁਲਕਾਂ ਦੇ ਵਿੱਚ ਅਸੀਂ ਜਿਵੇਂ ਡੈਮੋਕ੍ਰੇਟਿਕ ਮੁਲਕ ਦੇ ਵਿੱਚ ਰਹਿੰਦੇ ਹਾਂ ਤੇ ਇਹਨਾਂ ਦੇ ਹਿਸਾਬ ਨਾਲ ਸਾਨੂੰ ਡੈਮੋਕ੍ਰੇਟਿਕ ਜਿਹੜੇ ਤਰੀਕੇ ਆ ਉਹ ਅਪਣਾਉਣੇ ਚਾਹੀਦੇ ਆ। ਤੇ ਉਸ ਦੇ ਵਿੱਚੋਂ ਇੱਕ ਇਹ ਕਿ ਲੋਕਾਂ ਨਾਲ ਭਗਵੰਤ ਜੀ ਤਾਂ ਇੰਨੇ ਮਤਲਬ ਦਿਆਲੂ ਲੋਕ ਆ, ਮਾੜਾ ਜਿਹਾ ਮੋਢਾ ਵੀ ਲੱਗੇ ਤੇ ਸੌਰੀ ਕਹਿ ਦਿੰਦੇ ਆ। ਤੇ ਵੱਡੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇੱਕ ਇਹ ਇੰਸਟੀਚਿਊਟ ਆ ਇੱਕ ਬਹੁਤ ਵੱਡਾ, ਉਸ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਮਾਰਨ ਨਾਲ ਇਹ ਕੰਮ ਨਹੀਂ ਖੜਦੇ ਕਦੇ ਵੀ, ਤੇ ਨਾ ਉਹਨਾਂ 'ਤੇ ਕੋਈ ਅਸਰ ਪੈਂਦਾ ਆ। ਉਹਨਾਂ ਦੀ ਜਗ੍ਹਾ 'ਤੇ ਹੋਰ ਹਮੇਸ਼ਾ ਆ ਜਾਂਦੇ ਨੇ, ਉਹਨਾਂ ਕੋਲ ਰੀਪਲੇਸਮੈਂਟ ਲਈ ਬਹੁਤ ਬੰਦੇ ਹੈਗੇ ਨੇ ਜੀ। ਜੈ ਗੁਰਦੇਵ, ਜੈ ਭੀਮ ਜੀ। ਕਾਲ ਲਈਏ। ਜੈ ਗੁਰਦੇਵ ਜੀ। ਹਾਂਜੀ, ਜੈ ਗੁਰਦੇਵ ਜੀ, ਮੈਂ ਜੱਸਲ ਬੋਲਦਾ ਗਲਾਸਗੋਟ। ਹਾਂਜੀ ਜੱਸਲ ਜੀ, ਤੁਹਾਡੀ ਪਿਛਲੀ ਵਾਰੀ ਗੱਲ ਰਹਿ ਗਈ ਸੀ, ਹੁਣ ਤੁਸੀਂ ਕਰ ਲਓ। ਹਾਂ, ਕੋਈ ਗੱਲ ਨਹੀਂ ਜੀ। ਉਹ ਗੱਲ ਇੱਦਾਂ ਆ ਵੀ ਆਹ ਜਿਹੜੀ ਗੱਲ ਤੁਸੀਂ ਦੱਸ ਰਹੇ ਆ ਵੀ ਜਲਿਆਂਵਾਲੇ ਬਾਗ ਦੀ ਮਾਫੀ ਮੰਗੋ ਜੀ, ਕੀ ਮੈਂ ਤਾਂ ਇਹ ਕਹੂੰਗਾ ਕਿ ਬਕਵਾਸ ਵਾ ਇਹ ਜੀ। 100 ਸਾਲ ਹੋ ਗਏ ਉਸ ਗੱਲ ਨੂੰ, ਔਰ ਉਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਦੱਸ ਵੀ ਦਿੱਤਾ ਆ ਬਈ ਉਹਨੂੰ ਕੰਡੈਮ ਕੀਤਾ। ਜੋ ਵੀ ਹੋਇਆ ਅਮਰੀਕਾ ਨੇ ਵੀ ਕੀਤਾ ਸੀਗਾ, ਰਾਣੀ ਨੇ ਵੀ ਕੀਤਾ, ਹੋਰਾਂ ਨੇ ਵੀ ਕੀਤਾ, ਉਹ ਜੋ ਹੈਪਨ ਹੋਇਆ ਸੀਗਾ। ਔਰ ਉਹ ਗੱਲ ਜਿਹੜੀ ਹੋਈ ਆ, ਚਲੋ ਠੀਕ ਆ, ਉਹਦਾ ਬਦਲਾ ਵੀ ਲੈ ਲਿਆ ਜੀ। ਹਾਲੇ ਤੱਕ ਰੱਜ ਨਹੀਂ ਆਇਆ ਜੀ। ਨਿੱਕ ਨਿੱਕੀਆਂ ਗੱਲਾਂ ਇਦਾਂ ਦੀਆਂ ਸ਼ੁਰੂਆਤ ਕਰਦੇ ਆ ਸਿਰਫ ਆਪਣੀ ਲੀਡਰੀ ਕੋਈ ਚਮਕਾਉਣ ਲਈ, ਹੋਰ ਕੁਛ ਨਹੀਂ ਆ। ਉਹ ਜੋ ਮੁੰਡਾ ਫੜਿਆ ਗਿਆ ਤੇ ਉਹ ਬਦਲਾ ਲੈਣਾ, ਉਹ ਕਿੰਨਾ ਕੁ ਫੇਮਸ ਹੈਗਾ ਆ ਤੇ ਕਿਹੜੇ ਕੰਮਾਂ 'ਚ ਉਹ ਪਿਆ ਜਾਂ ਕੋਈ ਉਹਨੇ ਮੋਰਚੇ ਲਾਏ ਜਾਂ ਇਹ ਆ ਉਹ ਆ। ਕਿਸੇ ਨਾ ਕਿਸੇ ਨੇ ਉਹਨੂੰ ਇਹ ਸਿੱਖਿਆ ਦਿੱਤੀ ਆ ਜੀ, ਕਿਸੇ ਨਾ ਕਿਸੇ ਨੇ ਜੀ। ਗੱਲ ਕੁਛ ਨਹੀਂ, ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਦੇ ਆ ਜੀ, ਨਵਾਂ ਸ਼ੋਸ਼ਾ। ਤੁਸੀਂ ਚੰਗੀ ਤਰ੍ਹਾਂ ਕਲੀਅਰ ਕੀਤਾ, ਅਗਰ ਹੈਪਨ ਹੋ ਜਾਂਦਾ ਜੀ ਇੱਥੇ ਕੀ ਹਾਲ ਹੁੰਦਾ ਜੀ। ਇਹਨਾਂ ਦਾ ਦਿਮਾਗ ਖਰਾਬ ਆ ਜਿਹੜੇ ਗੱਲਾਂ ਏਦਾਂ ਦੀਆਂ ਛੱਡਦੇ ਆ, ਬਿਲਕੁਲ ਨਿੱਕੀਆਂ ਗੱਲਾਂ। ਸ਼ੁਕਰ ਕਰੋ ਨਰਕ ਚੋਂ ਨਿਕਲ ਕੇ ਸਵਰਗ ਚੋਂ ਇੱਥੇ ਤੁਸੀਂ ਗੁਰਦਾਸ ਮਾਨ ਦਾ ਗਾਣਾ ਸੁਣ ਲਓ, ਜਿਸ ਮੁਲਕ 'ਚ ਰਹੀਏ ਉਹਨੂੰ ਭੰਡੀ ਜਾਣੀ। ਬਿਲਕੁਲ ਜੀ, ਬਿਲਕੁਲ। ਇਹ ਗੁਰਦਾਸ ਮਾਨ ਨੂੰ ਵੀ ਭੰਡਦੇ ਇਸ ਤਰ੍ਹਾਂ, ਮਤਲਬ ਚੰਗੇ ਬੰਦੇ ਨੂੰ ਤਾਂ ਨਹੀਂ ਆਟਾ ਭੰਨਣਾ। ਬਿਲਕੁਲ। ਇਹਨਾਂ 'ਚ ਪਤਾ ਜਿਹੜੀਆਂ ਕੌਮਾਂ ਵਿਕਸਿਤ ਨਹੀਂ ਨਾ ਹੁੰਦੀਆਂ, ਝੱਸ ਪਿਆ ਇਹਨਾਂ ਨੂੰ ਹਰ ਜਗ੍ਹਾ ਤੇ ਜਾ ਕੇ ਮਤਲਬ ਫਾਹੇ ਲੈਂਦੇ ਆ ਵਿੱਚ। ਜਿਹੜੀਆਂ ਕੌਮਾਂ ਪੂਰੀ ਤਰ੍ਹਾਂ ਵਿਕਸਿਤ ਨਹੀਂ ਨਾ ਹੋਈਆਂ, ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਲਾਹਾ ਲੈਣਾ ਚਾਹੁੰਦੀਆਂ, ਆਪਣੇ ਆਪ ਨੂੰ ਮਹਾਨ ਸਮਝਣਾ ਕਰਨਾ ਚਾਹੁੰਦੀਆਂ। ਇਹੀ ਤਾਂ ਗੱਲ ਆ। ਇਹੀ ਨਾ ਜੋ ਇੰਡੀਆ 'ਚ ਹੋ ਰਿਹਾ ਉਹ ਨਜਿੱਠ ਲਊਦਾ ਜਾ ਕੇ ਜੀ। ਬਹੁਤ ਮਿਹਰਬਾਨੀ ਤੁਹਾਨੂੰ। ਹੋ ਰਿਹਾ ਉੱਥੇ ਪਿਛਲੀ ਵਾਰ ਤੁਹਾਨੂੰ ਅਸੀਂ ਟਾਈਮ ਨਹੀਂ ਦੇ ਸਕੇ, ਤੁਹਾਡੀ ਬਹੁਤ ਮਿਹਰਬਾਨੀ ਜੀ, ਤੁਸੀਂ ਆਪਣੀ ਗੱਲ ਕੀਤੀ ਹੈ। ਥੈਂਕ ਯੂ। ਹਾਂਜੀ, ਥੈਂਕ ਯੂ ਜਸਲ ਜੀ। ਤੁਸੀਂ ਕੁਝ ਕਹਿ ਰਹੇ ਸੀ?
हाँ जी, अपने मेरे वीर जस्सर होना ने एक गल की है कि ਜਿਹੜੇ ਇਹ ਗੱਲਾਂ ਚੱਕਦੇ ਨੇ, ਅਸਲ 'ਚ ਵੀਰ ਜੀ ਇਹ ਗੱਲ ਇਸ ਤਰ੍ਹਾਂ ਗੱਲ ਚੱਕਣ ਦੀ, ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਜਿਹੜੀ ਕਿ ਅਪੋਲੋਜੀ ਮੰਗਦੀ ਪਈ ਆ। ਗੱਲ ਅਪੋਲੋਜੀ ਦੀ ਨਹੀਂ ਹੈ, ਗੱਲ ਹੈ ਉਹਨਾਂ ਨੂੰ ਇਹ ਸਮਝਾਉਣ ਦੀ, ਕਿਉਂਕਿ ਅੱਗੇ ਤੋਂ ਜਿਹੜਾ ਕੁਛ ਮੇਰੇ ਵੀਰ ਤੁਸੀਂ ਹੁਣ ਟਾਈਮ ਨਹੀਂ ਹੈਗਾ ਇੰਨਾ ਕਿ ਜਿਹੜੇ ਲੋਕ ਜਿਹੜੀਆਂ ਗਲਤੀਆਂ ਇਹ ਸਾਮਰਾਜੀ ਮੁਲਕ, ਇਹ ਵੱਡੇ ਮੁਲਕ ਕਰਦੇ ਨੇ, ਉਹਨੇ ਇਰਾਕ ਢਾਤਾ, ਲੀਬੀਆ ਢਾਤਾ ਜਾਂ ਹੋਰ ਐਸੇ ਵੱਡੀਆਂ ਕਾਰਵਾਈਆਂ ਕਰਦੇ ਨੇ, ਉਹਨਾਂ ਤੋਂ ਰੋਕਣ ਲਈ ਇਹਨਾਂ ਲੋਕਾਂ ਨੂੰ ਪਿਛਲੀਆਂ ਜਿਹੜੀਆਂ ਨੇ ਗਲਤੀਆਂ ਕੀਤੀਆਂ, ਗੁਸਤਾਖੀਆਂ ਕੀਤੀਆਂ, ਹਜ਼ਾਰਾਂ ਲੋਕ ਮਾਰੇ ਨੇ, ਉਹ ਗੋਲੀਆਂ ਨਾਲ ਮਾਰੇ ਨੇ, ਭੁੱਖ ਦੇ ਨਾਲ ਮਾਰੇ ਨੇ, ਇਹਨਾਂ ਨੂੰ ਉਹ ਰਿਮਾਈਂਡ ਕਰਾਉਣਾ ਹੁੰਦਾ, ਉਹ ਜ਼ਰੂਰੀ ਹੁੰਦਾ। ਅੱਗੇ ਤੋਂ ਬੰਦੇ ਭਾਈ ਹਾਂ, ਇੱਕ ਗੱਲ ਕਹਿਣਾ ਕਿ ਮਨੂ ਸਮ੍ਰਿਤੀ ਬੇਸ਼ੱਕ ਉਹ 3000 ਸਾਲ ਪਹਿਲਾਂ ਲਿਖੀ, ਪਰ ਉਹਦਾ ਅੱਜ ਵੀ ਸਾਡੇ ਉੱਤੇ ਬੈਡ ਇਫੈਕਟ ਹੈਗਾ ਆ, ਇਹਨਾਂ ਗੱਲਾਂ ਨਹੀਂ ਹੁੰਦਾ। ਹਾਂਜੀ ਜੀ, ਇੱਕ ਕਾਲ ਲਈ ਜਾਗੋ ਜੈਪਿੰਨ ਜੀ। ਹੈਲੋ ਜੀ। ਹਾਂਜੀ, ਇੱਕ ਸੈਕਿੰਡ ਤੁਸੀਂ ਹੋਲਡ ਕਰਨਾ ਜੀ ਕਾਲ। ਮੈਂ ਤੁਹਾਡਾ ਪ੍ਰੋਗਰਾਮ ਜ਼ਰਾ ਦੇਰ ਨਾਲ ਸ਼ੁਰੂ ਕੀਤਾ, ਹੁਣੀ ਮੈਂ ਔਨ ਕੀਤਾ ਟੈਲੀਵਿਜ਼ਨ ਜੀ, ਤੇ ਮੈਂ ਇੱਕ ਜ਼ਰਾ ਪਾਕਿਸਤਾਨ 'ਚ ਪਿਸ਼ਾਵਰ ਹਾਈ ਕੋਰਟ ਨੇ ਇੱਕ ਕਾਨੂੰਨ ਕੀਤਾ, ਉਹਦੇ 'ਤੇ ਜ਼ਰਾ ਇੱਕ ਮੁਖਤਸਰ ਜ਼ਰਾ ਗੱਲ ਕਰਨਾ, ਜ਼ਰਾ ਇਜਾਜ਼ਤ ਦਿਓ। ਉਹਨਾਂ ਨੇ ਕਿਹਾ ਕਿ ਜੇ ਕਿਰਪਾਨ ਜਿਹੜਾ ਸਿੱਖਾਂ ਦਾ ਇੱਕ ਬੜਾ ਉਹ ਇੱਕ ਵਨ ਆਫ ਦੀ 5 ਪਿਲਰਸ ਹੈਗੇ ਨੇ, ਉਹ ਕਹਿੰਦੇ ਨੇ ਕਿ ਜੇ ਕਿਰਪਾਨ ਵਾਸਤੇ ਵੀ ਉਸ ਤਰ੍ਹਾਂ ਹੀ ਲਾਇਸੈਂਸ ਲੈਣਾ ਪਏਗਾ ਜਿਸ ਤਰ੍ਹਾਂ ਦੂਸਰੇ ਹਥਿਆਰਾਂ ਵਾਸਤੇ ਲੈਣਾ ਪੈਂਦਾ ਹੈ। ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣੀਆਂ ਕਿ ਕਿਰਪਾਨ ਵਾਸਤੇ ਵੀ ਇਸ ਤਰ੍ਹਾਂ ਹੀ ਲਾਇਸੈਂਸ ਲੈਣਾ ਪਏਗਾ ਜਿਸ ਤਰ੍ਹਾਂ ਦੂਸਰੀਆਂ ਕਿਸੇ ਵੀ ਹਥਿਆਰ ਵਾਸਤੇ ਲੈਣਾ ਪੈਂਦਾ ਹੈ। ਤੇ ਇਹਦੇ ਮੁਤਲਕ ਜ਼ਰਾ ਕੋਈ ਤਬਸਰਾ ਕਰੋ ਕਿ ਪਾਕਿਸਤਾਨ ਨੇ ਕਿਉਂ ਇਸ ਤਰ੍ਹਾਂ ਪਿਸ਼ਾਵਰ ਹਾਈ ਕੋਰਟ ਨੇ ਆਰਡਰ ਕਿਉਂ ਕੀਤਾ। ਮੈਂ ਸਮਝਣਾ ਕਿ ਮਾਈਨੋਰਟੀਜ਼ ਨਾਲ ਬੜਾ ਜ਼ਿਆਦਤੀ ਹੈ, ਹਰ ਮਾਈਨੋਰਟੀ ਨੂੰ ਆਪਣੀ ਮਜ਼ਹਬੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਇਹ ਕਾਨੂੰਨ ਨਹੀਂ ਸੀ ਪਾਸ ਹੋਣਾ ਚਾਹੀਦਾ, ਲੇਕਿਨ ਹਾਈ ਕੋਰਟ ਨੇ ਆਰਡਰ ਕੀਤਾ ਹੈ। ਇਹਦੇ ਮੁਤਲਕ ਜ਼ਰਾ ਕੁਝ ਤੁਸੀਂ ਕੀ ਕਹਿਣਾ ਚਾਹੋਗੇ? ਠੀਕ ਹੈ, ਬਹੁਤ ਦੇਖੋ ਜੀ, ਇਹ ਜਿਹੜੀ ਤੁਹਾਡੀ ਗੱਲ ਹੈ ਇਹ ਤੁਹਾਡੇ ਜਾਂ ਪਾਕਿਸਤਾਨ ਦੇ ਦੇਸ਼ ਦੀ ਗੱਲ ਹੈ, ਉਹਦੇ 'ਚ ਕੋਈ ਵੀ ਹਾਂ ਅਸੀਂ ਹਾਂ ਦਾ ਨਾਰਾ ਤਾਂ ਮਾਰ ਸਕਦੇ ਹਾਂ, ਸਹਿਮਤੀ ਤਾਂ ਰੱਖ ਸਕਦੇ, ਲੇਕਿਨ ਸਰਕਾਰ ਕੀ ਕਰਦੀ ਹੈ ਕਿਸੇ ਦੇਸ਼, ਜਿਵੇਂ ਸਰਕਾਰ ਕਾਨੂੰਨ ਬਣਾ ਰਹੀ ਹੈ ਉਹਦੇ 'ਚ ਕੋਈ ਗੱਲ ਨਹੀਂ ਵੀ ਕਿਸੇ ਦਿਨ ਅਸੀਂ ਵਿਚਾਰਾਂਗੇ। ਪਰ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਕਿ ਪਿਆਰੇ ਦਰਸ਼ਕੋ, ਅਸੀਂ ਅਗਲੇ ਸਵਾਲ ਬਾਅਦ ਵੀ ਵਧਣਾ ਹੈਗਾ, ਤੁਹਾਡੀਆਂ ਕਾਲਾਂ ਵੀ ਲੈਣੀਆਂ ਹੈਗੀਆਂ। ਸੋ ਮੈਂ ਬੇਨਤੀ ਕਰਾਂਗਾ ਕਿ ਉਹ ਸਮਾਂ ਹੁੰਦਾ ਸੀ ਜਦੋਂ ਦੇਸ਼ ਖੁੱਲ੍ਹੇ ਹੁੰਦੇ ਸੀ, ਜਿਹਦਾ ਮਰਜ਼ੀ ਜਾ ਕੇ ਆਜ਼ਾਦੀ ਕਿਸੇ ਦੀ ਹਥਿਆ ਕੇ ਆਪਣਾ ਰਾਜ ਲੈ ਲੈਂਦਾ ਸੀ। ਮੰਗੋਲ ਆਏ, ਪਤਾ ਨਹੀਂ ਕਿੰਨੇ ਕੁ ਬਾਬਰ ਆਏ, ਕਿੰਨਾ ਕੁ ਕੁਛ ਹੋਇਆ, ਅੰਗਰੇਜ਼ ਆ ਗਏ, ਅੰਗਰੇਜ਼ਾਂ ਤੋਂ ਬਾਅਦ 1947 ਤੋਂ ਬਾਅਦ ਜਾਂ ਬਾਕੀ ਮੁਲਕਾਂ ਦੀ ਹੌਲੀ ਹੌਲੀ ਆਜ਼ਾਦੀ ਜਿਹੜੀ ਆ ਉਹ ਮਿਲਦੀ ਗਈ। ਫਿਰ ਲੋਕਤੰਤਰ ਆ ਗਿਆ। ਲੋਕਤੰਤਰ ਦੇ ਵਿੱਚ ਇਵੇਂ ਦਾ ਨਹੀਂ ਹੁੰਦਾ ਜਿਵੇਂ ਦਾ ਤੁਸੀਂ ਹਰ ਵਾਰ ਸੋਚ ਕੇ ਬੰਦੇ ਹੋ। ਜੈ ਗੁਰਦੇਵ ਜੈ ਭੀਮ ਜੀ, ਕਾਲ ਲੈਣੇ ਉਸ ਤੋਂ ਬਾਅਦ ਮੈਂ ਗੱਲ ਕਰਦਾ ਭਗਵਾਨ ਜੀ ਨਾਲ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਸਰ ਜੀ ਹੋਲਡ ਕਰਨਾ ਇੱਕ ਮਿੰਟ ਲਈ, ਮੈਂ ਇੱਕ ਕਰ ਰਹਾ ਫਿਰ ਦਰਸ਼ਕੋ, ਕਿਉਂਕਿ ਤੁਹਾਡੇ ਲਈ ਜਿਹੜਾ ਜਲ੍ਹਿਆਂਵਾਲੇ ਬਾਗ ਦੀ ਗੱਲ ਆ ਉਹ ਤੁਸੀਂ ਮੁੱਖ ਰੱਖ ਕੇ ਗੱਲ ਕਰਿਓ, ਲੇਕਿਨ ਅਸੀਂ ਅਗਲੇ ਸਵਾਲ ਵੱਲ ਵੀ ਵਧਣਾ ਹੈਗਾ। ਇਹ ਪ੍ਰਕਾਸ਼ ਸਿੰਘ ਬਾਦਲ ਦਾ ਲੜਕਾ ਜਾਣੀ ਸੁਖਬੀਰ ਬਾਦਲ, ਅੱਜ ਕੱਲ੍ਹ ਇਲੈਕਸ਼ਨ ਚੱਲ ਰਹੇ ਨੇ, ਇਲੈਕਸ਼ਨਾਂ ਵਿੱਚ ਚੰਨੀ ਨੂੰ ਸੀਰੀ ਦੇ ਨਾਮ ਵਜੋਂ ਸੰਬੋਧਨ ਕੀਤਾ। ਸੀਰੀ ਜਿਹੜੇ ਬੰਧੂਆ ਮਜ਼ਦੂਰ ਹੁੰਦੇ ਨੇ, ਮੇਰਾ ਖਿਆਲ ਹੈ ਕਿ ਇਹੋ ਜਿਹੇ ਸ਼ਬਦ ਜਦ ਕਿ ਬਾਸਪਾ ਵਰਗੀ ਪਾਰਟੀ ਉਹਨਾਂ ਦੀ ਭਾਈਵਾਲ ਆ, ਕੀ ਬੋਲਣੇ ਚੰਗੇ ਨੇ ਜੀ? ਭਗਵਾਨ ਜੀ ਇੱਕ 1.5 ਮਿੰਟ ਜਵਾਬ ਦਿਓ ਜੀ। ਇਹ ਬਿਲਕੁਲ ਗਲਤ ਗੱਲ ਹੈਗੀ ਹੈ। ਅਸਲ ਦੇ ਵਿੱਚ ਕੀ ਆ, ਸੀਰ ਕਰਨੀ ਜਾਂ ਸੀਰੀ ਲੜਨਾ ਕਿਸੇ ਨਾਲ ਕੋਈ ਮਾੜੀ ਗੱਲ ਨਹੀਂ ਸੀ, ਜਾਂ ਮਾੜੀ ਅੱਜ ਵੀ ਗੱਲ ਮਾੜੀ ਨਹੀਂ, ਪਰ ਜਿਹੜੇ ਹਿਸਾਬ ਦੇ ਨਾਲ ਇਹ ਜਿਹੜੇ ਸੋ ਕੋਲਡ ਆਪਣੇ ਆਪ ਨੂੰ ਆਪਣੇ ਉੱਚੀ ਜਾਤੀ ਦਾ ਸਮਝਦੇ ਨੇ, ਹੈ ਨਹੀਂ ਉਹ ਇਹ ਲੋਕ ਜਿਨ੍ਹਾਂ ਨੂੰ ਪੈਸੇ ਦੀ, ਰਾਜਨੀਤੀ ਦੀ, ਪਦਵੀਆਂ ਦੀ ਜਿਹੜੀ ਹਉਮੈ ਚੜ੍ਹਿਆ ਹੋਇਆ, ਇਹ ਉਸ ਦੇ ਥੱਲੇ ਕਰਨਾ ਚਾਹੁੰਦੇ ਆ। ਇਹਨਾਂ ਲੋਕਾਂ ਕੋਲ ਹੁਣ ਜਦੋਂ ਹੋਰ ਕੋਈ ਗੱਲਾਂ ਨਹੀਂ ਬਚਦੀਆਂ ਤਾਂ ਫਿਰ ਇਹ ਜਾਤਾਂ ਪਾਤਾਂ ਜਿਹੜਾ ਅੰਦਰ ਆ ਉਹ ਨਹੀਂ ਜਾ ਰਿਹਾ, ਉਹ ਜਾਤਾਂ ਪਾਤਾਂ ਤੇ ਉਤਰੇ ਆਉਂਦੇ ਆ, ਬੰਦੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਜਿਹੜੀ ਕਿ ਇੱਕ ਬਹੁਤ ਗਲਤ ਆ। ਅਸੀਂ ਭਗਵਾਨ ਜੀ ਮਾਫ ਕਰਨਾ, ਜਦੋਂ ਨਾ ਸਾਡੇ ਕੋਲ ਕਿਸੇ ਨੂੰ ਨੀਵਾਂ ਦਿਖਾਉਣ ਦਾ ਕੁਛ ਨਾ ਬਚੇ, ਜਦੋਂ ਗਿਆਨ ਖਤਮ ਹੋ ਜਾਂਦਾ, ਫਿਰ ਅਸੀਂ ਇਸ ਗੱਲ ਤੇ ਜਾਂਦੇ ਹਾਂ। ਲਓ ਜੀ, ਕਾਲ ਲੈ ਲਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਆਉਣੇ ਰਾਂ ਜੀ। ਹਾਂਜੀ, ਜਿਹੜੀ ਤੁਹਾਡੀ ਟੌਪਿਕ ਹੈਗਾ ਆ ਜਲਿਆਂਵਾਲਾ ਬਾਗ ਦਾ ਟੌਪਿਕ ਸੀ, ਨਾਲ ਹੀ ਤੁਸੀਂ ਜਿਹੜਾ ਦੂਸਰਾ ਸੁਖਬੀਰ ਬਾਦਲ ਦਾ ਜਿਹੜਾ ਟੌਪਿਕ ਸ਼ੁਰੂ ਕੀਤਾ। ਸਾਡੇ ਮਾਫ ਕਰਨਾ ਜੀ, ਸਾਡੇ ਕਦੀ ਟੌਪਿਕ ਨਹੀਂ ਅਸੀਂ ਲੈ ਕੇ ਆਉਨੇ, ਸਾਡੀਆਂ ਖਬਰਾਂ ਆ ਇਹ, ਅਸੀਂ ਟੌਪਿਕ ਖਬਰਾਂ, ਮੈਂ ਉਹੀ ਨਹੀਂ, ਖਬਰਾਂ ਦੀ ਗੱਲ ਹੋ ਜਾਂਦੀ ਹੈ। ਬਾਕੀ ਰਹੀ ਗੱਲ ਪਹਿਲਾਂ ਜਿਹੜੀ ਜਲਿਆਂਵਾਲਾ ਬਾਗ ਦੀ ਮਾਫੀ ਦੀ ਗੱਲ ਹੈਗੀ ਆ, ਚਲੋ 100 ਸਾਲ ਪਹਿਲਾਂ ਵਾਲੀ ਗੱਲ ਸੀਗੀ, ਪਰ ਤੁਸੀਂ ਥੋੜਾ ਜਿਹਾ ਮਤਲਬ ਜਿਹੜਾ ਮੁੰਡੇ ਨੇ 19 ਸਾਲ ਦੇ ਮੁੰਡਿਆਂ ਨੂੰ ਫੜਿਆ ਗਿਆ ਹੈਗਾ, ਉਹ ਕਿਹੜੇ ਮੈਂਟਲ ਹੈਲਥ ਐਕਟ 'ਚ ਫੜਿਆ ਗਿਆ ਆ? ਬਾਕੀ ਇੱਕ ਕੁਈਨ ਨੂੰ ਮਾਰਨਾ, ਇੱਕ ਰਾਣੀ ਨੂੰ ਮਾਰਨਾ ਕੋਈ ਇਹ ਬਾਬਾ ਜੀ ਦਾ ਖੇਡ ਨਹੀਂ ਹੈਗਾ, ਖਾਸ ਕਰਕੇ ਇਸ ਮੁਲਕ ਦੇ ਵਿੱਚ। ਅਸੀਂ ਉਹਨੂੰ ਹਾਈਲਾਈਟ ਕਰ ਰਹੇ ਹੈਗੇ ਆ, ਤਾਂ ਇਹਨੂੰ ਹਾਈਲਾਈਟ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਇੱਕ ਠੀਕ ਹੈ, ਤੁਹਾਡੀ ਗੱਲ ਠੀਕ ਹੈਗੀ, ਜੇ ਹੋ ਜਾਂਦਾ ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਮੁਲਕ ਜਿਹੜੇ ਹੈਗੇ ਬਹੁਤ ਐਡਵਾਂਸ ਮੁਲਕ ਹੈਗੇ ਆ। ਤੁਸੀਂ ਇੱਕ ਸੈਕਿੰਡ ਹੀ ਸੁਣਿਓ ਜੀ।
ਮੈਂ ਖਬਰ ਪੜ੍ਹੀ ਆ, ਖਬਰ ਪੜ੍ਹਨ ਤੋਂ ਬਾਅਦ ਕਾਲਾਂ ਲੈ ਲਈਆਂ। ਤੁਹਾਨੂੰ, ਮੈਨੂੰ ਨਹੀਂ ਸੀ ਪਤਾ ਤੁਸੀਂ ਇਹ ਗੱਲ ਕਹਿਣੀ ਆ, ਮੈਂ ਤੁਹਾਨੂੰ ਰੋਕ ਕੇ ਤਾਂ ਅਗਲੀ ਖਬਰ ਤੇ ਚਲਾ ਗਿਆ। ਜੀ ਜੀ, ਮੈਂ ਨਹੀਂ ਇਹਨੂੰ ਹਾਈਲਾਈਟ ਕਰ ਰਿਹਾ, ਮੈਂ ਤਾਂ ਅਗਲੀ ਖਬਰ ਤੇ ਆ ਗਿਆ। ਹਾਂ ਨਹੀਂ, ਮੇਰੇ ਕਹਿਣ ਦਾ ਭਾਵ ਇਹ ਹੈਗਾ, ਤੁਹਾਡੀ ਗੱਲ ਬਿਲਕੁਲ, ਮੈਨੂੰ ਗਲਤ ਨਾ ਲਿਓ, ਕਹਿਣ ਦਾ ਭਾਵ ਇਹ ਹੈਗਾ ਕਿ ਗੱਲ ਠੀਕ ਆ, ਪਰ ਲੇਕਿਨ ਉਹ ਮੁੰਡਾ 19 ਸਾਲ ਦਾ ਹੈਗਾ, ਉਹ ਕੋਈ ਮੈਂਟਲ ਹੈਲਥ ਐਕਟ 'ਚ ਸਰਕਾਰ ਨੇ ਉਹਨੂੰ ਫੜਿਆ ਹੈ, ਹੁਣ ਉਹ ਜੇਲ੍ਹ ਦੇ ਵਿੱਚ ਹੈਗਾ ਆ, ਤਾਂ ਉਹਦੀ ਹੁਣ ਇਲਾਜ ਚੱਲ ਰਿਹਾ ਹੈਗਾ। ਕਿਉਂਕਿ ਇੱਕ 19 ਸਾਲ ਦਾ ਮੁੰਡਾ ਇੱਥੇ ਜਾ ਕੇ ਹਜੀ ਮੈਂ ਵਿੰਸਰ ਕਾਸਲ ਤੇ ਚੜ੍ਹ ਕੇ ਮੈਂ ਰਾਣੀ ਨੂੰ ਮਾਰਨਾ, ਤੀਰ ਕਮਾਰਨਾ, ਇਹ ਜਿਹੜਾ ਕੋਈ ਬੰਦਾ ਮੈਂਟਲੀ ਅਪਸੈਟ ਹੈ ਉਹੀ ਕਰ ਸਕਦਾ, ਆਮ ਬੰਦਾ ਨਹੀਂ ਕਰ ਸਕਦਾ। ਤੇ ਉਹਨੂੰ ਅਸੀਂ ਇੰਨਾ ਨਾ ਲੈ ਕੇ ਆਈਏ ਕਿ ਵੀ ਹਾਂਜੀ ਵੀ ਖਬਰ ਹੈਗੀ ਆ, ਕਿਉਂਕਿ ਉਹਦੀ ਕੋਈ ਉਹ ਨਹੀਂ ਹੈਗੀ। ਮੈਂ ਤੁਹਾਨੂੰ ਇੱਕ ਮਾੜੀ ਜਿਹੀ ਹੋਰ ਗੱਲ ਦਾ, ਜੀ ਜੇਕਰ ਸ਼ਹੀਦ ਊਧਮ ਸਿੰਘ ਮਾਰਨ 'ਚ ਅਸਫਲ ਹੋ ਜਾਂਦਾ ਨਾ, ਤੁਸੀਂ ਨੈੱਟ ਤੇ ਪਾਇਓ, ਮੈਂ ਪਬਲਿਕਲੀ ਨਹੀਂ ਬੋਲ ਸਕਦਾ ਕਿਉਂਕਿ ਅਸੀਂ ਉਹਨੂੰ ਸ਼ਹੀਦ ਮੰਨਦੇ ਹਾਂ, ਉਹਨੂੰ ਬਹੁਤ ਵਧੀਆ ਕੰਮ ਕੀਤਾ, ਪਰ ਜੇਕਰ ਉਹ ਨਾਕਾਮ ਹੋ ਜਾਂਦਾ ਤਾਂ ਜੋ ਉਹਦੀ ਜੇਬ 'ਚ ਨਿਕਲਿਆ ਲੋਕਾਂ ਨੇ ਉਹਨੂੰ ਪਾਗਲ ਕਹਿਣਾ ਸੀ। ਤੁਸੀਂ ਇਹ ਨੈੱਟ ਤੇ ਪਾਇਓ ਵੀ ਜੇਬ 'ਚੋਂ ਕੀ ਨਿਕਲਿਆ। ਜੀ ਗੱਲ ਕਰੋ ਜੀ। ਨਹੀਂ, ਉਹ ਤੁਹਾਡੀ ਗੱਲ ਮੰਨਦਾ ਹੈਗਾ, ਤੁਹਾਡੀ ਗੱਲ ਮੰਨਦਾ। ਜਿਹੜੇ ਸ਼ਹੀਦ ਊਧਮ ਸਿੰਘ ਨੇ ਜਿਹੜਾ ਕੀਤਾ ਸੀਗਾ, ਜਿਹੜੀ ਗੱਲ ਕੀਤੀ ਸੀਗੀ, ਜਿੰਨੇ ਉਹਨੇ ਗੋਲੀ ਮਾਰਿਆ ਸੀਗਾ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ। ਪਰ ਅਸੀਂ ਹੁਣ, ਤੁਸੀਂ ਆਪ ਹੀ ਕਿਹਾ ਸੀ ਕਿ WhatsApp ਦਾ ਜ਼ਮਾਨਾ ਹੈਗਾ, ਟੈਕਨੋਲੋਜੀ ਦਾ ਜ਼ਮਾਨਾ, ਸਾਰਾ ਕੁਝ ਜ਼ਮਾਨਾ ਹੈਗਾ ਆ। ਠੀਕ ਹੈ ਜੀ, ਗੱਲ ਇਹ ਹੈਗੀ ਹੈ ਕਿ ਉਹ ਹੋ ਹੀ ਨਹੀਂ ਸੀ, ਕਿਸੇ ਹਾਲਤ ਦੇ ਵਿੱਚ ਨਹੀਂ ਹੋ ਸਕਦਾ ਕਿ ਉਹ ਮੁੰਡਾ ਕਿਸੇ ਕੁਈਨ ਨੂੰ ਮਾਰਨਾ, ਕਿਉਂਕਿ ਕੋਈ ਬਾਬਾ ਜੀ ਦਾ ਖੇਡ ਨਹੀਂ ਹੈਗਾ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਬਾਕੀ ਰਹੀ ਗੱਲ, ਹੁਣ ਅਸੀਂ ਆ ਜਾਂਦੇ ਹੈਗੇ ਆ, ਕਿਉਂਕਿ ਮੈਨੂੰ ਕੋਈ ਮੰਨਦਾ ਹੀ ਨਹੀਂ ਹੈਗਾ ਇੰਨੀ ਵੱਡੀ ਗੱਲ। ਬਾਕੀ ਹਾਂ, ਜਿਹੜੀ ਦੂਜੀ ਗੱਲ ਹੈਗੀ ਆ, ਸੁਖਬੀਰ ਬਾਦਲ ਤੇ ਜਿਹੜੇ ਚੰਨੀ ਸਾਹਿਬ ਹੈਗੇ ਆ, ਉਹਨਾਂ ਦੀ ਟੌਪਿਕ ਤੇ ਆਈਏ ਜਿਹੜੀ ਗੱਲ ਹੈਗੀ ਆ। ਬਾਕੀ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ, ਕਿਉਂਕਿ ਇਹ ਸਾਡੇ ਭਾਈ ਸਾਹਿਬ ਜੀ ਬੋਡੀ ਦੇ ਵਿੱਚ ਨਾ, ਸਾਡੇ DNA ਵਿੱਚ ਇੰਗਰੇਵ ਹੋਇਆ ਹੈਗਾ। ਇਹ ਸਾਡੀ ਮੈਂਟੈਲਿਟੀ ਇਦਾਂ ਦੀ ਹੈਗੀ ਹੈ, ਜਾਤਾਂ ਪਾਤਾਂ ਜਿਹੜੀਆਂ ਹੈਗੀਆਂ, ਇਹ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ। ਜਿੱਦਾਂ ਹੁਣ ਬਾਬਾ ਸਾਹਿਬ ਭੀਮਕਰ, ਬਾਬਾ ਜਿਹੜੇ ਅੰਬੇਡਕਰ ਸੀਗੇ, ਉਹਨਾਂ ਨੇ ਇੰਨੇ ਪੜ੍ਹੇ ਲਿਖੇ ਇਨਸਾਨ ਸੀਗੇ ਕਿ ਉਹਨਾਂ ਨੇ ਪੂਰਾ ਵਿਧਾਨ ਪੂਰਾ ਉਹੀ ਲਿਖਤਾ ਸੀ, ਕਨਸਟੀਟਿਊਸ਼ਨ ਹੀ ਲਿਖਤਾ ਸੀਗਾ। ਠੀਕ ਹੈ ਜੀ, ਉਹਨਾਂ ਨੂੰ ਇੰਨੇ ਅਸੀਂ ਦਿੰਨੇ ਹੈਗੇ ਆ, ਇੰਨੀ ਉੱਚੀ ਪਦਵੀ ਦਿੰਨੇ ਹੈਗੇ। ਨਾਲ ਹੁਣ ਚੰਨੀ ਸਾਹਿਬ ਹੈਗੇ ਆ, ਠੀਕ ਆ, ਇਹ ਚੀਫ ਮਿਨਿਸਟਰ ਬਣਿਆ, ਪਰ ਹਾਈਲੀ ਕੁਆਲੀਫਾਈਡ ਹੈਗੇ ਆ। ਠੀਕ ਹੈ ਨਾ। ਬੜਾ ਬਾਕੀ ਰਹੀ ਗੱਲ ਹੈਗੀ ਹੈ ਕਿ ਇਹੀ ਗੱਲ ਤੋਂ ਮੈਂ ਕਹਿਣਾ ਹੈਗਾ ਕਿ ਅਸੀਂ ਜਿੰਨਾ ਮਰਜ਼ੀ ਅਸੀਂ ਮਹਾਰਾਜ ਫਿਰ ਚਲੇ ਜਾਈਏ, ਪਰ ਲੇਕਿਨ ਸਾਡੇ ਜਿਹੜੀ ਬੋਡੀ ਦੇ DNA ਦੇ ਵਿੱਚ ਨਾ ਆ ਜਾਤਵਾਦ ਫਸੀ ਹੈਗੀ ਆ। ਜਦ ਤੱਕ ਸਾਨੂੰ ਇਹ ਚੀਜ਼ਾਂ ਨੇ ਨਹੀਂ ਨਿਕਲ ਹੋਣਾ, ਜਦ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ। ਬਿਲਕੁਲ ਜੀ। ਕਿੱਥੇ ਦੁਨੀਆ ਪਹੁੰਚੀ ਹੋਈ ਹੈਗੀ, ਕਿੱਥੇ ਹੈਗੀ ਆ। ਹੁਣ ਅਸੀਂ ਇਸ ਮੁਲਕ ਦੇ ਵਿੱਚ ਹੈਗੇ ਆ, ਗੋਰਿਆਂ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਕਦੀ ਜਾਤ ਪਾਤ ਦੀ ਗੱਲ ਹੋਈ ਹੈਗੀ? ਇੰਨੀ ਟੈਕਨੋਲੋਜੀ, ਇੰਨੇ ਐਡਵਾਂਸ ਹੈਗੇ ਆ, ਇੰਨੇ, ਪਰ ਅਸੀਂ ਉਹੀ 21 ਸੈਂਚਰੀ ਕੱਲ ਨੂੰ 21-22 ਚੜ ਜਾਣਾ ਹੈਗਾ, ਪਰ ਅਸੀਂ ਉੱਥੇ ਹੀ ਫਸੇ ਹੈਗੇ ਆ। ਸਾਨੂੰ ਇੱਥੋਂ ਨਿਕਲਣਾ ਪੈਣਾ ਹੈਗਾ। ਬਿਲਕੁਲ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਸਰ ਜੀ। ਤੁਹਾਡੀਆਂ ਗੱਲਾਂ ਬੜੀਆਂ ਵਧੀਆ ਨੇ, ਬਹੁਤ ਸਿੱਖਣ ਨੂੰ ਗੱਲ ਮਿਲੀ। ਬਿਲਕੁਲ ਉਹ ਪਾਗਲ ਟਾਈਪ ਬੰਦਾ ਹੈ। ਇਸ ਤੋਂ ਪਹਿਲਾਂ ਵੀ ਇੱਕ ਮੁਸਲਮਾਨ ਸੀ ਜਿਹੜਾ, ਜਿਹਦੇ ਕੋਲ ਕੋਈ ID ਨਹੀਂ ਸੀ, ਪੱਕਾ ਨਹੀਂ ਸੀ, ਉਹ ਰਾਣੀ ਦਾ ਖਾਣਾ ਬਣਾਉਂਦਾ ਹੁੰਦਾ ਸੀ, ਫੜਿਆ ਗਿਆ ਔਰ ਉਸਨੇ ਕਿਹਾ ਕਿ ਮੇਰੀ ਨੀਅਤ ਜਿਹੜੀ ਆ ਉਹ ਇਹੋ ਜਿਹੀ ਨਹੀਂ ਸੀ। ਲੇਕਿਨ ਚਲੋ ਜੇ ਕਿਤੇ ਬਾਈ ਚਾਂਸ ਖਾਣੇ 'ਚ ਕੋਈ ਗੜਬੜ ਹੋ ਜਾਂਦੀ ਤਾਂ ਬੜਾ ਵੱਡਾ ਮਸਲਾ ਜਿਹੜਾ ਖੜ ਜਾਣਾ ਸੀ। ਸੋ ਜਾਤ ਪਾਤ ਦੀ ਗੱਲ ਚੱਲ ਰਹੀ ਹੈ। ਮਨੂ ਪ੍ਰਸਤ ਦੇ ਇਸ ਰਾਜ ਅੰਦਰ ਖੌਫਨਾਕ ਪਰਛਾਵਾਂ ਸ਼ੂਦਰ ਦਾ ਸੀ। ਮਨੂ ਪ੍ਰਸਤ ਦੇ ਇਸ ਰਾਜ ਅੰਦਰ ਖੌਫਨਾਕ ਪਰਛਾਵਾਂ ਸ਼ੂਦਰ ਦਾ ਸੀ। ਸ਼ੂਦਰ ਪਾਣੀ ਦੇ ਘੁੱਟ ਨੂੰ ਤਰਸਦਾ, ਕੁੱਤਾ ਖੂਹ 'ਤੇ ਚੜ੍ਹ ਕੇ ਗਲਸਦਾ ਸੀ। ਜੇ ਸ਼ੂਦਰ ਤੇ ਸਾਡੇ 'ਚ ਫਰਕ ਹੁੰਦਾ, ਅੰਗ ਸਾਡੇ ਬਿੰਗ ਧੜੰਗ ਹੁੰਦੇ, ਜਾਂ ਹੁੰਦੀਆਂ ਬ੍ਰਾਹਮਣ ਦੀਆਂ 4 ਲੱਤਾਂ, ਪਿੱਛੇ ਪੂਛ ਤੇ ਮੱਥੇ ਤੇ ਸਿੰਘ ਹੁੰਦੇ। ਪਿਆਰ ਦਰਸ਼ਕੋ, ਗੁਰਬਾਣੀ 'ਚ ਲਿਖਿਆ ਆ ਕਿ ਜੇ ਤੂੰ ਬਾਹਮਣੀ ਆਇਆ ਔਰ ਬਾਣ ਕਾਹੇ ਨਹੀਂ ਆਇਆ। ਇਹ ਸਾਰੀਆਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇੱਕ ਕਾਲ ਲੈਂਦੇ ਹਾਂ, ਉਸ ਤੋਂ ਬਾਅਦ ਭਗਵਾਨ ਜੀ ਤੋਂ ਵੱਲ ਚੱਲਦੇ ਹਾਂ, ਹਰਿਦੁਆਰ ਦੀ ਗੱਲ ਕਰਦੇ ਹਾਂ ਜੀ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ, ਜੈ ਗੁਰਦੇਵ ਜੈ ਭੀਮ ਜੀ। ਜੀ ਚਮਕੀਲਾ ਅੱਜ ਕਰ ਰਹੇ ਜੀ। ਚਮਕੀਲਾ ਸਾਹਿਬ। ਹਾਂਜੀ, ਥੈਂਕ ਯੂ। ਤੁਹਾਡਾ ਬਹੁਤ ਵਧੀਆ, ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਆਉਂਦੇ ਆ ਜੀ। ਮੈਂ ਜ਼ਿਆਦਾ ਕਰਕੇ ਮੈਂ ਜ਼ਿਕਰ ਇਹ ਮੁੰਡੇ ਦਾ ਕਰਨਾ ਚਾਹਾਂ ਜਸਵੰਤ ਜਿਹਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜੀ, ਕਿਉਂਕਿ ਇਹ ਸਾਡੇ ਸਮਾਜ ਲਈ ਜਾਂ ਸਾਡੇ ਮੁਲਕ ਲਈ ਹੈ ਨਾ ਸਹੀ ਨਹੀਂ ਗੱਲ ਹੈਗੀ, ਕਿਉਂਕਿ ਇਹ ਨਾ ਮੈਸੇਜ ਗਲਤ ਜਾਂਦਾ ਆ। ਕਿਉਂਕਿ ਇਹ ਸਿਰਫ 19 ਸਾਲਾਂ ਦੀ ਉਮਰ ਦੇ ਵਿੱਚ ਇੰਨਾ ਕੁਛ ਕਰ ਰਿਹਾ। ਜੇ ਅੱਜ ਬ੍ਰਿਟਿਸ਼ ਗੌਰਮੈਂਟ ਇਹ ਕਹਿ ਦੇਵੇ ਚਲੋ ਅਸੀਂ ਤੁਹਾਨੂੰ ਮਾਫ ਕਰ ਦਿੰਦੇ ਆ, ਤਾਂ ਚਲੋ ਉੱਥੇ ਵੀਜ਼ੇ ਸਾਰਿਆਂ ਦੇ ਫ੍ਰੀ ਕਰ ਦਿੰਦੇ, ਤਾਂ ਮੈਨੂੰ ਲੱਗਦਾ ਉੱਥੇ ਲਾਈਨਾਂ ਲੱਗ ਜਾਣੀਆਂ। ਲਾਜਵਾਬ, ਬਿਲਕੁਲ ਬਿਲਕੁਲ ਬਿਲਕੁਲ। ਇਹ ਕਰਕੇ ਸਾਨੂੰ ਸੋਚਣਾ ਚਾਹੀਦਾ, ਇੰਨੇ ਸੋਹਣੇ ਮੁਲਕ ਆ, ਇਹਨਾਂ ਮੁਲਕਾਂ ਵਿੱਚ ਸਾਨੂੰ ਗੰਦ ਬਿਲਕੁਲ ਨਹੀਂ ਖਿਲਾਰਨਾ ਚਾਹੀਦਾ। ਉਹ ਟਾਈਮ ਸੀਗਾ, ਇੱਕ ਸਮੇਂ ਵਿੱਚ ਇੰਨਾ ਕੁਛ ਹੋ ਗਿਆ।
ਉਦੋਂ ਖੁੱਲੇ ਪਏ ਸੀ ਦੇਸ਼, ਜਿਹੜਾ ਮਰਜ਼ੀ ਲੁੱਟ ਲੈਂਦਾ, ਇਹ ਦੇਸ਼ ਖੁੱਲੇ ਸੀ। ਹਾਂਜੀ, ਉਹ ਇਹ ਦੇਖਣਾ ਇਹ ਪੈਂਦਾ ਉਹ ਸਮਾਂ ਕਿੱਦਾਂ ਦਾ ਸੀ, ਲੋਕਤੰਤਰ ਹੈ ਨਹੀਂ ਸੀ। ਹਾਂਜੀ, ਤੇ ਉਹ ਸਮੇਂ ਦੇ ਵਿੱਚ ਲੋਕਾਂ ਨੇ ਦੁੱਖ ਹੰਢਾਇਆ, ਪਰ ਸਾਡੇ ਲੋਕ ਵੀ ਨਾਲ ਰਲੇ ਸੀਗੇ। ਜੇ ਓਪਨਲੀ ਗੱਲ ਕਰੀਏ ਤਾਂ ਸਾਰਿਆਂ ਨੂੰ ਪਤਾ ਸਰੂਪੇ ਦਿੱਤੇ ਗਏ ਆ, ਸਾਰਾ ਕੁਝ ਪਤਾ ਸਾਰਿਆਂ ਨੂੰ। ਚਮਕੀਲਾ ਜੀ, ਜਦੋਂ 10ਵੇਂ ਪਾਤਸ਼ਾਹ ਨੂੰ ਘੇਰਾ ਪਿਆ ਆ, 6 ਮਹੀਨੇ ਜਿਹੜਾ ਘੇਰਾ ਪਿਆ ਆ, ਉਹਦੇ ਵਿੱਚ ਮੁਸਲਮਾਨ ਜਿਹੜੇ ਰਾਜ ਕਰਨ ਵਾਲੇ ਰਾਜੇ ਤਾਂ 2-3 ਗਿਣਤੀ ਦੇ ਸੀ। ਅਗਰ ਮੈਂ ਬਾਕੀ ਦੇ ਗਣਾਵਾਂ ਤਾਂ 60 ਹੋ ਰਿਹਾ, ਜਿਹੜੇ ਹਿੰਦੂਆਂ ਨਾਲ ਆ, ਈਵਨ ਕਿ ਸਿੱਖਾਂ ਦੇ ਵਿੱਚੋਂ ਵੀ ਆ, ਡੋਗਰਿਆਂ ਦੇ ਵਿੱਚੋਂ ਵੀ ਆ, ਜਿਨ੍ਹਾਂ ਨੇ ਉਹ ਘੇਰਾ ਪਾਇਆ ਔਰ 6 ਮਹੀਨੇ ਘੇਰਾ ਪਾਇਆ। ਲੇਕਿਨ ਗੁਰੂ ਜੀ ਨੇ ਕੋਈ ਲੜਾਈ ਦੀ ਗੱਲ ਨਹੀਂ ਕੀਤੀ, ਡਾਇਲੋਗ ਰੱਖਿਆ, ਸ਼ਾਂਤੀ ਦੀ ਗੱਲ ਕੀਤੀ। ਸੋ ਇਹ ਜਿਹੜੀ ਗੱਲ ਹੈ ਨਾ, ਸਾਡੇ ਲੋਕਾਂ ਨੂੰ ਸਮਝਾਉਣੀ ਚਾਹੀਦੀ ਹੈ ਭਾਈ। ਗੁਰੂ ਗੋਬਿੰਦ ਸਿੰਘ ਦੇ ਘੇਰੇ ਨੂੰ ਵੀ ਉਹਨਾਂ ਨੇ ਸ਼ਾਂਤੀ ਨਾਲ ਉੱਥੋਂ ਨਿਕਲਣ ਦੀ ਗੱਲ ਕੀਤੀ ਹੈ ਜੀ। ਹਾਂਜੀ ਹਾਂਜੀ, ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰੀਏ, ਦੇਖੋ ਇੰਨੀਆਂ ਉਹਨੇ ਕੁਰਬਾਨੀਆਂ ਕੀਤੀਆਂ ਉਸ ਪਰਿਵਾਰ ਨੇ, ਸਾਰਾ ਉਹ ਕਹਿੰਦਾ ਕੋਈ ਸਾਨੂੰ ਪਰ ਉਲਟ ਪਾਸੇ ਸਮਝਾਤਾ ਵੀ ਉਹ ਰੱਬ ਦੀ ਰਾਜਾ ਰਾਜੀ ਰਹਿੰਦੇ ਰਹੇ ਜੀ। ਸਾਨੂੰ ਇਹ ਨਹੀਂ ਸਮਝਾਇਆ ਵੀ ਉਹ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਵੀ ਕੋਈ ਗੱਲ ਨਹੀਂ, ਪਰ ਆਉਣ ਵਾਲਾ ਸਮਾਂ ਸਾਰਿਆਂ ਲਈ ਸਹੀ ਹੋਊਗਾ। ਦੇਖੋ ਜੀ, ਕਿੰਨੀਆਂ ਲੜਾਈਆਂ ਲੜੀਆਂ ਵੱਖ-ਵੱਖ ਸਮਾਜਾਂ ਨੇ। ਹਾਂਜੀ, ਜਿਹੜੀ ਸਾਡੀ ਬਰਾਦਰੀ ਹੈ, ਜਿਨ੍ਹਾਂ 'ਚ ਅਸੀਂ ਪੈਦਾ ਹੋਏ ਹਾਂ, ਉਹਨਾਂ 'ਚੋਂ ਇੱਕੋ ਹੀ ਬੰਦਾ ਪੈਦਾ ਹੋਇਆ, ਉਹਦਾ ਨਾਂ ਹੈਗਾ ਡਾਕਟਰ ਅੰਬੇਡਕਰ। ਤੇ ਕਿਸੇ ਦੇ ਚਪੇੜ ਨਹੀਂ ਮਾਰੀ ਤੇ ਸਾਰੇ ਹੱਕ ਲੈ ਕੇ ਦੇ ਦਿੱਤੇ। ਸਾਰੇ ਹੱਕ ਲੈ ਕੇ ਦੇ ਕਲਮ ਕਿਰਪਾਨ ਲੈ ਕੇ ਕੀ ਕਰਾਂਗਾ, ਦੇ ਕਲਮ ਕਿਰਪਾਨ ਲੈ ਕੇ ਕੀ ਕਰਾਂਗਾ, ਮੈਂ ਕਿਸੇ ਦੀ ਜਾਨ ਲੈ ਕੇ ਕੀ ਕਰਾਂਗਾ। ਜਿਹੜੀ ਕਲਮ ਹੈ ਨਾ, ਇਹ ਸਭ ਤੋਂ ਵੱਡੀ ਹੈ। ਬਹੁਤ ਮਿਹਰਬਾਨੀ ਚਮਕੀਲਾ ਜੀ ਤੁਹਾਡੀ। ਥੈਂਕ ਯੂ। ਓਕੇ ਸਰ। ਪਿਆਰੇ ਦਰਸ਼ਕੋ, ਆਪਣਾ ਦੇਸ਼ ਵੀ ਦੇਖ ਲਈਏ ਜਿੱਥੋਂ ਅਸੀਂ ਆਏ ਹਾਂ। ਹਰਿਦੁਆਰ ਦੇ ਵਿੱਚ ਜੋ ਇਕੱਠ ਹੋਇਆ, ਉੱਥੇ ਸ਼ਰਧਾਲੂਆਂ ਵੱਲੋਂ ਇਹ ਕਿਹਾ ਗਿਆ ਕਿ 20 ਲੱਖ ਤੋਂ ਉੱਪਰ ਅਸੀਂ ਮੁਸਲਮਾਨ ਮਾਰਨੇ ਆ। ਆਹ ਆ ਸਾਡਾ ਦੇਸ਼। ਕੀ ਹੈ ਭਗਵਾਨ ਜੀ ਤੁਹਾਡੇ ਕੋਲ ਨੌਲੇਜ? ਇਹ ਜੀ ਚਾਲ ਸਾਹਿਬ, ਗੱਲ ਇੱਦਾਂ ਕਿ ਇੱਕ ਧਰਮ ਸੰਸਦ ਨਾਂ ਦੇ ਥੱਲੇ ਜੀ, ਜਿਸ ਦੇ ਪਿੱਛੇ RS ਦਾ ਏਜੰਡਾ ਆ, ਇੱਕ ਉੱਥੇ ਉਹਨਾਂ ਨੇ ਕਾਨਫਰੰਸ ਕੀਤੀ ਆ ਹਰਿਦੁਆਰ ਦੇ ਵਿੱਚ 17 ਤੋਂ ਲੈ ਕੇ 19 ਦਸੰਬਰ ਤੱਕ ਉਹ ਚੱਲਦੀ ਰਹੀ। ਗੱਲ ਜਾਰੀ ਰੱਖਿਓ, ਮੈਂ ਕਾਲ ਹੋਲਡ ਕਰ ਲਾਂ। ਹਾਂਜੀ, ਜੈ ਗੁਰਦੇਵ ਜੀ। ਹੈਲੋ ਜੀ। ਹੈਲੋ। ਹਾਂਜੀ, ਹੈਲੋ ਜੀ, ਤੁਸੀਂ ਔਨ 에ਅਰ ਆ ਜੀ। ਹੈਲੋ। ਹਾਂਜੀ ਭਾਜੀ, ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਦਿੰਦਾ, ਤੁਹਾਡਾ ਪ੍ਰੋਗਰਾਮ ਬਹੁਤ ਤਗੜਾ। ਇੱਕ ਸੈਕਿੰਡ ਤੁਸੀਂ ਜਰਾ ਹੋਲਡ ਕਰਨਾ, ਕਿਉਂਕਿ ਮਹਿਮਾਨ ਜਿਹੜੇ ਨੇ ਉਹਨਾਂ ਦੀ ਗੱਲ ਚੱਲ ਰਹੀ, ਉਸ ਤੋਂ ਬਾਅਦ ਤੁਹਾਡੀ ਵਾਰੀ ਹੈ ਜੀ। ਹਾਂਜੀ, ਉਸ ਜਿਹੜੀ 17 ਤੋਂ 19 ਤਰੀਕ ਤੱਕ ਉਹਨਾਂ ਨੇ ਉਹ ਕਾਨਫਰੰਸ ਕੀਤੀ ਹੈ ਰੈਲੀ, ਉਸ ਦੇ ਵਿੱਚ ਉਹ ਸਾਰੇ ਜਿਹੜੇ RSS ਜਿਹਨਾਂ ਦੇ ਪਿੱਛੇ ਸੀ, ਜਾਂ ਹਿੰਦੂਵਾਦੀ ਸੀ ਜਾਂ ਮਨੂਵਾਦੀ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜਿਹੜੀਆਂ ਉਹਨਾਂ ਦਾ ਇਹ ਮੇਨ ਏਜੰਡਾ ਅਸਲ ਦੇ ਵਿੱਚ ਕੀ ਹੈ, ਜਿਹੜਾ ਮੈਂ ਗੱਲ ਪਹਿਲਾਂ ਕਰਦਾ ਕਿ ਇਲੈਕਸ਼ਨ ਆਉਂਦੇ ਪਏ ਨੇ, ਉਹਨਾਂ ਨੂੰ ਮੁੱਖ ਰੱਖ ਕੇ ਇਹ ਸਾਰੀਆਂ ਗੱਲਾਂ ਹੁੰਦੀਆਂ ਪਈਆਂ। ਤੇ ਇਹਦੇ ਵਿੱਚ ਇੱਕ ਹੱਦ ਤੱਕ ਰਿਐਲਿਟੀ ਵੀ ਹੈ ਕਿ RSS ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ, ਜਿਹੜਾ ਕਿ ਬਹੁਤ ਹੀ ਵੱਡਾ ਸਟੈਪ ਹੈ, ਬਹੁਤ ਹੀ ਖਤਰਨਾਕ ਸਟੈਪ ਹੈ। ਸਾਡੇ ਜਿਹੜੇ ਮਾਈਨੋਰਿਟੀ ਗਰੁੱਪਸ ਉੱਥੇ ਜਿਹੜੇ ਛੋਟੀ ਗਿਣਤੀ ਦੇ ਲੋਕ ਹੈ, ਉਹ ਚਾਹੇ ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਉਹਨਾਂ ਲਈ ਸਭ ਦੇ ਲਈ ਖਤਰਨਾਕ ਹੈ, ਦਲਿਤਾਂ ਲਈ ਖਤਰਨਾਕ ਹੈਗੀ ਆ ਇਹ ਸੋਚ ਜਿਹੜੀ ਹੈਗੀ ਆ। ਉਹਨਾਂ ਨੇ ਇਸ ਤਹਿਤ ਉਹਨਾਂ ਨੇ ਅੰਬਾਲੇ ਦੇ ਵਿੱਚ ਜੀਸਸ ਦੀ ਜਿਹੜੀ ਮੂਰਤੀ ਸੀ, ਉਹ ਉਹਨਾਂ ਨੂੰ ਢਹਿ ਢੇਰੀ ਢਾਤਾ, ਜਿਹੜਾ ਕਿ ਬਹੁਤ ਹੀ ਭੰਡਣਯੋਗ ਹੈ। ਅਤੇ ਉਹਨਾਂ ਨੇ ਕਰਨਾਟਕ ਦੇ ਵਿੱਚ ਲੋਕਾਂ ਦੇ ਚਰਚਾਂ ਦੇ ਵਿੱਚ ਜਿਹੜੇ ਪ੍ਰਾਰਥਨਾ ਲੋਕ ਕਰਦੇ ਪਏ ਸੀ, ਉਹਨਾਂ ਨੂੰ ਜਾ ਕੇ ਮਾਰਕੁੱਟ ਕੀਤੀ ਆ, ਉਹਨਾਂ ਦਾ ਪ੍ਰਸ਼ਾਦ ਡੋਲੇ ਨੇ। ਅਤੇ ਇਹ ਇੱਕ ਨਿੰਦਣਯੋਗ ਘਟਨਾ ਆ, ਜਿਹੜੀ ਕਿ ਸਾਡੇ ਵਰਗੇ ਜਿਹੜੇ ਅੱਜ 2021 ਦੇ ਵਿੱਚ ਜਿਹੜੇ ਲੋਕ ਆ, ਅਸੀਂ ਸਾਨੂੰ ਇਹ ਗੱਲ ਨੂੰ ਮੰਨਣਾ ਪਊਗਾ ਕਿ ਇਸ ਤਰ੍ਹਾਂ ਜਿਹੜੀ ਕਾਰਵਾਈਆਂ ਹੈਗੀਆਂ, ਇਹ ਸਾਡੇ ਮੁਲਕ ਨੂੰ ਨੀਵਾਂ ਹੀ ਦਿਖਾਉਂਦੀਆਂ। ਅਤੇ ਇਸ ਗੱਲ ਜਿਹੜੀ ਵੱਧਦੀ ਇਸ ਟਾਈਮ ਯੂਰਪੀਅਨ ਕੰਟਰੀਆਂ ਦੇ ਵਿੱਚ, ਅਮਰੀਕਾ ਦੇ ਵਿੱਚ, ਅਲ ਜਜ਼ੀਰਾ, ਨਿਊਯਾਰਕ ਟਾਈਮਸ, ਸਭ ਨੇ ਇਸ ਦੀ ਭੰਡੀ ਕੀਤੀ ਆ, ਅਤੇ ਜਿਹੜਾ ਸਾਡੇ ਲਈ ਬਹੁਤ ਹੀ ਮਾੜੀ ਗੱਲ ਹੈਗੀ ਆ ਜੀ। जलेंगे घर उसके भी एक शेर है जी। हाँ जी, मैंने याद आ रहा कि सभी का खून है शामिल वहाँ की मिट्टी में, यानी इंडिया की, सभी का खून है शामिल वहाँ की मिट्टी में, किसी के बाप का हिंदुस्तान थोड़ी है। हिंदुस्तान शायर ने वरत्या, इस करके मैं वरतदा, जिहड़ा भारत है वो सारिਆਂ ਦਾ ਆ, ਇਹ ਹਿੰਦੂਆਂ ਦੇ ਬਾਪ ਦਾ ਨਹੀਂ ਹੈਗਾ। ਇਹ ਸਿੱਖਾਂ ਦਾ ਵੀ ਹੈ, ਮੁਸਲਮਾਨਾਂ ਦਾ ਵੀ ਹੈ, ਈਸਾਈਆਂ ਦਾ ਵੀ ਹੈ, ਇਹ ਬੋਧੀਆਂ ਦਾ ਵੀ ਹੈ, ਅੰਬੇਡਕਰੀਆਂ ਦਾ ਵੀ ਹੈ। ਸੋ ਇੱਕ ਕਾਲ ਲੈਂਦੇ ਹਾਂ, ਤੋਂ ਬਾਅਦ ਗੱਲ ਕਰਦੇ। ਜੈ ਗੁਰਦੇਵ, ਜੈ ਪਿੰਡ ਜੀ। ਹੈਲੋ, ਤੁਸੀਂ ਭਾਜੀ ਔਨ 에ਅਰ ਆ ਜੀ। ਹੈਲੋ ਜੀ, ਤੁਸੀਂ ਔਨ 에ਅਰ ਆ। ਹੈਲੋ ਜੀ, ਸਭ ਤੋਂ ਪਹਿਲਾਂ ਵੀਰ ਜੀ ਮੈਂ ਤੁਹਾਨੂੰ ਬੜੀ ਤਕੜੀ ਵਧਾਈ ਦਿੰਦਾ। ਮਿਹਰਬਾਨੀ ਜੀ। ਬਹੁਤ ਤਕੜਾ ਪ੍ਰੋਗਰਾਮ ਆ। ਮੇਰਾ ਖਿਆਲ ਹੈ ਵੀ ਹਿੰਦੁਸਤਾਨ ਦੇ ਹੱਕ ਵਿੱਚ, ਜਿਹਨੂੰ ਭਾਰਤ ਕੱਲੀ ਨੇ ਆਪਾਂ
ਵੈਸੇ ਹਿੰਦੁਸਤਾਨ ਕਹਿਣਾ ਤਾਂ ਆਪਾਂ ਹੁਣ ਇਹਨਾਂ ਨੂੰ ਮੁਸ਼ਕਿਲ ਕਰ ਦਿੱਤਾ। ਜਿਹੜਾ ਤੁਸੀਂ ਸੋਚ ਰਹੇ ਜੋ ਕੁਛ ਹੋ ਰਿਹਾ ਆਪਣੇ ਭਾਰਤ ਦੇ ਵਿੱਚ। ਬਾਕੀ ਇਹ ਗੱਲ ਆ ਵੀ ਜਿੱਦਾਂ ਤੁਹਾਡਾ ਪ੍ਰੋਗਰਾਮ ਆ ਨਾ, ਐਡਾ ਤਕੜਾ ਪ੍ਰੋਗਰਾਮ ਆ, ਇਹਨੂੰ ਰੇਸਿਸ ਦੇ ਵਿੱਚੋਂ ਕੱਢੋ। ਜਿੰਨੇ ਵੀ ਜੱਟ ਸਭ ਕੁਛ ਜੋ ਇੱਕ ਦੂਜੇ ਨਾਲ ਆਪਾਂ ਕਰ ਰਹੇ ਹਾਂ। ਇੱਕ ਬੜੀ ਤਕੜੀ ਐਗਜ਼ਾਮਪਲ ਤੁਹਾਡੀ ਪਿਛਲੇ ਪ੍ਰੋਗਰਾਮ ਦੇ ਵਿੱਚ ਆਈ ਸੀਗੀ ਵੀ ਤੁਸੀਂ ਕਿਹਾ ਸੀਗਾ ਵੀ ਰੇਸਿਜ਼ਮ ਆ, ਪਰ ਤੁਸੀਂ ਬੜਾ ਤਕੜਾ ਵਿਆਖਿਆ ਕੀਤੀ ਉਸ ਚੀਜ਼ ਦੀ ਵੀ ਕਿੱਥੇ ਰੇਸਿਜ਼ਮ ਨਹੀਂ ਹੈਗਾ। ਤੇ ਜਲੰਧਰ ਤੋਂ ਕੁਛ ਆਪਣੇ ਬੋਲੇ ਸੀਗੇ ਬੰਦੇ ਵੀ ਇੱਥੇ ਰੇਸਿਜ਼ਮ ਨਹੀਂ ਹੈਗਾ। ਤੁਸੀਂ ਕਿਹਾ ਸੀਗਾ ਵੀ ਜਲੰਧਰ ਦੇ ਵਿੱਚ ਨਹੀਂ, ਕਿਉਂਕਿ ਉੱਥੇ NRI ਦੇ ਹੋਰ ਬੰਦੇ ਹੈਗੇ ਆ। ਦੈਟ ਮੀਨਸ ਲੇਕ ਆਫ ਐਜੂਕੇਸ਼ਨ ਜੀ। ਅਸੀਂ ਸੁਨੇਹਾ ਨਹੀਂ ਦੇ ਸਕੇ ਵੀ ਸਾਰੇ ਬੰਦੇ ਇੱਕ ਆ। ਇਹ ਸੁਨੇਹਾ ਜਿਹੜਾ ਤੁਸੀਂ ਦੇ ਰਹੇ ਆ, ਤੇ ਮੈਂ ਇਹ ਸੋਚਦਾ ਵੀ ਤੁਸੀਂ ਬੜੇ ਤਕੜੇ ਵਧਾਈ ਦੇ ਪਾਤਰ ਆ। ਇਹ ਤੁਹਾਨੂੰ ਪ੍ਰੋਗਰਾਮ ਚਾਹੀਦਾ, ਹਰ ਵੀਕ ਸੁਨੇਹਾ ਦਿੱਤਾ ਜਾਵੇ ਬਈ ਜਿਹੜਾ ਰੇਸਿਜ਼ਮ ਆ ਜਾਂ ਕੋਈ ਵੱਖਰਾਪਨ ਆ, ਇਹ ਕਿਸੇ ਵਿੱਚ ਨਹੀਂ ਹੋਣਾ ਚਾਹੀਦਾ। ਸਾਰੇ ਬੰਦੇ ਇੱਕ ਆ। ਇਹ ਸਾਰੇ ਗੁਰੂਆਂ ਪੀਰਾਂ ਨੇ, ਇਹ ਨਹੀਂ ਹੈਗਾ ਇੱਕ ਨੇ ਸਾਰਿਆਂ ਨੇ ਕੀਤਾ। ਵੈਸੇ ਜੇ ਕਹਾਂ ਹਿੰਦੂ ਧਰਮ 'ਚ ਵੀ ਕੀਤਾ, ਪਰ ਇਹਨਾਂ ਨੇ ਸਭ ਕੁਛ ਬਦਲ ਦਿੱਤਾ। ਇਹਨਾਂ ਨੇ ਗ੍ਰੰਥ ਬਦਲ ਦਿੱਤੇ, ਇਹਨਾਂ ਸਭ ਕੁਛ ਜੋ ਚਾਹਿਆ। ਬਾਲਮੀਕ ਨੇ ਰਮਾਇਣ ਲਿਖੀ, ਉਹ ਵੀ ਬਦਲ ਦਿੱਤੀ। ਤੁਸੀਂ ਧਾਰਮਿਕ ਤੌਰ 'ਤੇ ਦੇਖੋ, ਗੁਰੂ ਰਵਿਦਾਸ ਦੇ ਟੈਂਪਲਾਂ ਦੇ ਵਿੱਚ ਇਹਨਾਂ ਨੂੰ ਮੂਰਤੀਆਂ ਲਾਤੀਆਂ। ਬੜੇ ਸੋਚ ਨਾਲ, ਤਰੀਕੇ ਨਾਲ ਤੁਸੀਂ ਕੁਆਲੀਫਾਈਡ ਬੰਦੇ ਅੱਗੇ ਲਿਆਓ। ਵੀਰ ਜਿਹੜਾ ਤੁਹਾਡਾ ਕੰਮ ਆ, ਮੈਂ ਤਾਂ ਸਿਰਫ ਇਹੋ ਕਹਿਣਾ ਚਾਹੁੰਦਾ ਵੀ ਤੁਹਾਨੂੰ ਬਹੁਤ ਤਕੜੀ ਵਧਾਈ ਆ ਵੀ ਪਲੀਜ਼ ਇਹਨੂੰ ਕੰਟੀਨਿਊ ਰੱਖੋ, ਇਸ ਚੀਜ਼ ਨੂੰ ਫਿਨਿਸ਼ ਕਰੋ। ਬਹੁਤ ਮਿਹਰਬਾਨੀ ਜੀ। ਇਹ ਜਿਹੜੀ ਚੀਜ਼ਾਂ ਨਾਲ ਖਤਮ ਹੋਣੀ ਚਾਹੀਦੀ ਆ। ਜਿਹੜਾ ਰੇਸਿਜ਼ਮ ਆ, ਇਹਦੀ ਕੋਈ ਜਗ੍ਹਾ ਨਹੀਂ ਦੁਨੀਆ ਦੇ ਵਿੱਚ, ਤੇ ਸਾਡੇ ਹਿੰਦੁਸਤਾਨ ਦੇ ਵਿੱਚ ਇਹਦੀ ਜਗ੍ਹਾ ਨਹੀਂ। ਤੁਹਾਡੇ ਬਹੁਤ ਵਧੀਆ ਉੱਚੇ ਸੁੱਚੇ ਵਿਚਾਰ ਨੇ, ਅਸੀਂ ਇਹਨਾਂ ਦੀ ਕਦਰ ਕਰਦੇ ਹਾਂ। ਪਿਆਰੇ ਦਰਸ਼ਕੋ, ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਇਹ ਬਦਲਦਾ। ਅੱਜ ਜਿੱਤੋਗੇ ਕੱਲ੍ਹ ਹਾਰੋਗੇ, ਕੱਲ੍ਹ ਨੂੰ ਫਿਰ ਜਿੱਤੋਗੇ। ਅੱਜ ਬੈਠੋਗੇ ਕੱਲ੍ਹ ਨੂੰ ਉੱਠੋਗੇ। ਅੱਜ ਬਿਮਾਰ ਹੋ ਕੱਲ੍ਹ ਨੂੰ ਠੀਕ ਹੋ ਜਾਓਗੇ, ਪਰਸੋਂ ਨੂੰ ਫੇਰ ਹੋ ਜਾਓਗੇ। ਮਤਲਬ ਸਮਾਂ ਪਾ ਕੇ, ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਸੋ ਸਮੇਂ ਦੇ ਨਾਲ ਚੱਲਣਾ ਪੈਂਦਾ। ਜਿਵੇਂ ਦਾ ਸਮਾਂ ਸਾਨੂੰ ਉਵੇਂ ਦਾ ਚੱਲਣਾ ਪੈਂਦਾ। ਪਰ ਆਹ ਜਿਹੜੀ ਖਬਰ ਹੈ, ਇਹ ਤਾਂ ਅਜੀਬ ਲੱਗ ਰਿਹਾ ਕਿ ਜੋ ਪਿਛਲੇ ਦਿਨੀ ਕਿਸਾਨੀ ਘੋਲ ਹੋਇਆ। ਮੈਂ ਕਾਲ ਹੋਲਡ ਕਰਾ ਲੈਣਾ, ਫਿਰ ਗੱਲ ਕਰਦੇ। ਜੈ ਗੁਰਦੇਵ ਜੀ। ਹੈਲੋ ਜੀ। ਹਾਂਜੀ, ਜੈ ਗੁਰਦੇਵ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਸੀਂ ਜਰਾ ਹੋਲਡ ਕਰਨਾ, ਮੈਂ ਖਬਰ ਜਿਹੜੀ ਪੜ੍ਹ ਲਾਂ ਤੇ ਉਹਦਾ ਜਵਾਬ ਲੈਣਾ। ਤੋਂ ਉਸ ਤੋਂ ਬਾਅਦ ਭਗਵੰਤ ਜੀ ਤੁਸੀਂ ਛੇਤੀ ਜਵਾਬ ਦੇਣਾ। ਜਿਹੜੇ ਪਾਣੀ ਦੀਆਂ ਵਿਛਾੜਾਂ ਹੋਈਆਂ ਸੀ, ਇੱਕ ਨੌਜਵਾਨ ਜਦੋਂ ਸੰਘਰਸ਼ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ, ਉਦੋਂ ਪਾਣੀ ਦੀਆਂ ਵਿਛਾੜਾਂ ਹੋਈਆਂ। ਉਹ ਵਿਛਾੜਾਂ ਦੇ ਵਿੱਚ ਜਿਹੜਾ ਨੌਜਵਾਨ ਖੜਾ ਸੀ, ਉਹਨੂੰ ਅਰੈਸਟ ਕੀਤਾ ਗਿਆ। ਉਹਦੇ ਲਈ ਭਗਵੰਤ ਜੀ ਤੁਹਾਡੇ ਕੋਲ 1.5 ਮਿੰਟ 'ਚ ਕੀ ਹੈ? ਅਸਲ 'ਚ ਇਸ ਤਰ੍ਹਾਂ ਕਿ ਜਦੋਂ ਕਿਸਾਨੀ ਕੁਝ ਪਹਿਲਾਂ ਇਹ ਜੋ ਜਾਂਦੇ ਪਏ ਸੀ 25 ਜਨਵਰੀ ਨੂੰ, ਉਸ ਤੋਂ ਪਹਿਲਾਂ ਦੀ ਗੱਲ ਹੈ ਕਿ ਇੱਕ ਜਗਮੀਤ ਸਿੰਘ ਨਾਂ ਦਾ ਨੌਜਵਾਨ ਸੀ, ਜਿਹੜਾ ਉਸ ਵਿਛਾੜ ਦੇ ਮੂਹਰੇ ਖੜਾ ਸੀ ਤੇ ਉਹ ਰੋਕਦਾ ਸੀ। ਤੇ ਉਹ ਜਿਹੜੇ ਪੱਥਰ ਹਟਦਾ, ਉਹਨਾਂ ਦੇ ਵਿੱਚ ਉਹ ਸੀ, ਜਿਹੜਾ ਕਿ ਕਿਸਾਨੀ ਘੋਲ ਦਾ ਹਿੱਸਾ ਸੀਗਾ। ਤੇ ਹੁਣ ਕੀ ਕੀਤਾ, ਉਸ ਨੌਜਵਾਨ ਨੂੰ ਫੜ ਲਿਆ ਗਿਆ। ਉਹਨੂੰ ਫੜ ਲਿਆ ਗਿਆ, ਉਹ ਵੀ ਨਾਜਾਇਜ਼ ਹੈ, ਗਲਤ ਹੈ, ਕਿਉਂਕਿ ਉਹ ਸਾਰਾ ਇਕੱਠ ਸੀ। ਪਰ ਉਸ ਦੇ ਨਾਲ ਉਸ ਦੀ ਮਾਂ ਨੂੰ ਤੇ ਉਹਦੇ ਭਰਾਵਾਂ ਨੂੰ ਵੀ ਫੜ ਲਿਆ ਗਿਆ, ਜਿਹੜਾ ਕਿ ਇੱਕ ਬਹੁਤ ਹੀ ਭੰਡਣਯੋਗ ਹੈ, ਨਿਖੇਧੀਯੋਗ ਹੈ। ਕਿਉਂਕਿ ਕੋਈ ਵੀ ਬੰਦਾ ਕੋਈ ਵੀ ਐਕਟ ਕਰਦਾ, ਉਹ ਉਸ ਲਈ ਉਹ ਜ਼ਿੰਮੇਵਾਰ ਹੈ। ਉਸ ਦੀ ਫੈਮਿਲੀ ਨੂੰ, ਉਸ ਦੇ ਪਰਿਵਾਰ ਨੂੰ, ਉਸ ਦੀ ਮਾਂ ਨੂੰ ਜਾਂ ਬਜ਼ੁਰਗ ਮਾਂ ਬਾਪ ਨੂੰ ਉਹਦੇ ਵਿੱਚ ਲਪੇਟਣਾ, ਇਹ ਬਹੁਤ ਗਲਤ ਹੈਗਾ, ਜਿਹਦੇ ਕਿ ਅਸੀਂ ਨਿਖੇਧੀ ਕਰਦੇ ਹਾਂ। ਇਸ ਤਰ੍ਹਾਂ ਨਹੀਂ ਸਰਕਾਰਾਂ ਨੂੰ ਕਰਨਾ ਚਾਹੀਦਾ, ਉਸ ਨੂੰ ਨਹੀਂ ਚਾਹੀਦਾ। ਪਰ ਸਰਕਾਰਾਂ ਜਿਹੜੀ ਖਾਸ ਕਰਕੇ BJP ਜਿਹੜੀ ਸਰਕਾਰ ਇਸ ਟਾਈਮ ਕਰ, ਉਸ ਕੋਲੋਂ ਇਸ ਤਰ੍ਹਾਂ ਦੀ ਬਿਲਕੁਲ ਉਮੀਦ ਨਹੀਂ ਕੀਤੀ ਜਾਂਦੀ। ਅਸੀਂ ਉਸ ਦੀ ਨਿਖੇਧੀ ਕਰਦੇ ਹਾਂ ਜੀ। ਹਾਂ ਪਿਆਰੇ ਦਰਸ਼ਕੋ, ਇਹ ਜਿਹੜੀ ਖਬਰ ਭਗਵੰਤ ਜੀ ਨੇ ਤੁਹਾਨੂੰ ਦਿੱਤੀ ਹੈ, ਖਬਰਾਂ ਦੇਣ ਦਾ ਸਾਡਾ ਇਹ ਮਕਸਦ ਹੁੰਦਾ ਕਿ ਤੁਸੀਂ ਆਪਣੇ ਤੌਰ 'ਤੇ ਵੀ ਇਨਕੁਆਇਰੀ ਕਰੋ। ਅਗਲੀ ਵੀਕ ਜਿਹੜੀ ਆ, ਇਹ ਜੋ ਖਬਰ ਹੈ ਕਿਸ ਪਾਸੇ ਨੂੰ ਗਈ ਆ, ਕਿੱਦਾਂ ਹੋਈ ਹੈ, ਇਹਦੇ 'ਤੇ ਅਸੀਂ, ਜੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੋਏ, ਜ਼ਰੂਰੀ ਨਹੀਂ ਹੁੰਦਾ ਉਸ ਦਿਨ ਦੀ ਗੱਲ ਤੁਸੀਂ ਕਰੋ। ਜਿਵੇਂ ਭਾਈ ਸਾਹਿਬ ਪਹਿਲੇ ਪਿਛਲੀਆਂ ਕੀਤੀਆਂ ਗੱਲਾਂ ਦੀ ਸਾਡੇ ਨਾਲ ਗੱਲ ਕਰਕੇ ਗਏ, ਤੁਸੀਂ ਆਹ ਜਿਹੜੀ ਅੱਜ ਹੁਣ ਗੱਲ ਕੀਤੀ ਇਹਦੇ ਬਾਰੇ ਵੀ ਚਾਨਣਾ ਪਾਇਓ। ਜੇਕਰ ਤੁਹਾਡੇ ਕੋਲ ਜ਼ਿਆਦਾ ਨੌਲੇਜ ਹੋਇਆ ਤਾਂ, ਤੁਹਾਡੇ ਕੋਲ ਹੋਰ ਵਧੇਰੇ ਜਾਣਕਾਰੀ ਹੋਈ ਤਾਂ ਆਓ ਚੱਲਦੇ ਹਾਂ ਇੱਕ ਕਾਲ ਵੱਲ। ਜੈ ਗੁਰਦੇਵ, ਜੈ ਭੀਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਆਪਣੇ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਵੀ ਆਰ ਆਲ ਇਕੁਅਲ, ਯੂ ਨੋ, ਵੀ ਆਲ ਹਿਊਮਨਸ ਆਰ ਇਕੁਅਲ, ਈਵਨ ਮੈਨ ਐਂਡ ਵਿਮਨ ਆਰ ਇਕੁਅਲ। ਤੇ ਕੋਈ ਦੂਜਾ ਕਾਸਟ ਸਿਸਟਮ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਹਿੰਦੂ ਆ, ਉਹਨਾਂ ਦਾ ਜਿਹੜਾ ਹੈਗਾ ਸਿਸਟਮ ਇਜ਼ ਬੇਸਡ ਔਨ ਕਾਸਟ ਸਿਸਟਮ।
ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਾਸਟ ਹੈਗੀਆਂ ਨੀਅਰਲੀ 3000 ਕਾਸਟ ਸਿਸਟਮਸ ਆ ਉਹਨਾਂ ਦੀਆਂ, ਤੇ 15,000 ਉਹਨਾਂ ਦੀਆਂ ਹੈਗੀਆਂ ਸਬ ਕਾਸਟ ਸਿਸਟਮਸ। ਉਹਨਾਂ ਇਹ ਜਿਹੜਾ ਸਾਰਾ ਸਿਸਟਮ ਜਿਹੜੇ ਗਰੀਬ ਕਿੱਦਾਂ ਉੱਠ ਸਕਦੇ ਹਿੰਦੁਸਤਾਨ 'ਚ। ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ, ਦੂਜੇ ਜਿਹੜੇ ਭਾਜੀ ਹੁਣਾਂ ਨੇ ਕਿਹਾ ਸੀ ਵੀ ਜਿਹੜੇ ਐਥਨਿਕ ਜਿਹੜੇ ਮਿਨੋਰਿਟੀ ਵਿੱਚ ਆ ਉਹ ਜਿਹੜਾ ਇੰਡੀਆ ਸਾਰਿਆਂ ਦਾ ਆ, ਇਕੱਲਾ ਹਿੰਦੂਆਂ ਦਾ ਨਹੀਂ ਹੈਗਾ, ਇਹ ਸਿੱਖਾਂ ਦਾ ਵੀ ਹੈਗਾ, ਕ੍ਰਿਸਚਨ ਦਾ ਵੀ ਹੈਗਾ, ਮੁਸਲਮਾਨਾਂ ਦਾ ਵੀ ਹੈਗਾ। ਇਹੀ ਤਾਂ ਇਹ ਪ੍ਰੋਬਲਮ ਹੈ ਐਟ ਦ ਮੋਮੈਂਟ ਇੰਡੀਆ 'ਚ। ਥੈਂਕ ਯੂ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ। ਥੈਂਕ ਯੂ ਵੈਰੀ ਮਚ। ਇਹਨਾਂ ਦਾ ਬਹੁਤ, ਹਿੰਦੂਆਂ ਦਾ ਤਾਂ ਬਹੁਤ ਜ਼ਿਆਦਾ ਹੀ ਖਾਸ ਕਾਸਟ ਸਿਸਟਮ ਹੈ। ਬ੍ਰਾਹਮਣਾਂ ਨੇ ਜਿਹੜੇ ਹੈਗੇ ਸੀ, ਇਹਨਾਂ ਨੇ ਕਾਸਟ ਸਿਸਟਮ ਸ਼ੁਰੂ ਕੀਤਾ ਸੀ। ਤੇ ਜਿਹੜੇ ਥੱਲੇ ਹੈਗੇ, ਜਿਹੜਾ ਇੱਕ ਹੈਗਾ ਨਾ ਸਟੈਚੂ ਜਿਹੜਾ ਹੈਗਾ ਬ੍ਰਹਮ ਦਾ ਜਿਹੜਾ ਹੈਗਾ ਆ, ਉਹ ਹੈਗਾ ਜਿਹੜੇ ਉੱਪਰ ਜਿਹੜਾ ਉਹ ਸਿਰ ਬਣਾਇਆ ਹੈਗਾ ਉਹ ਬ੍ਰਾਹਮਣ ਬਣਾਇਆ ਆ, ਜਿਹੜੇ ਉਹਦਾ ਜਿਹੜਾ ਪੈਰ ਬਣਾਇਆ ਹੈਗਾ ਉਹ ਦਲਿਤ ਬਣਾਏ ਹੈਗੇ। ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਮੈਂ ਤੁਹਾਡੇ ਨਾਲ ਇਹ ਵਾਰਤਾਲਾਪ ਕਰਨੀ ਚਾਹੁੰਦਾ ਕਿ ਤੁਸੀਂ ਕੱਟ ਗਏ, ਚਲੋ ਐਨੀਵੇ ਅਸੀਂ ਅਗਲੀ ਖਬਰ ਵੱਲ ਚੱਲਦੇ ਹਾਂ। ਬਿਲਕੁਲ ਜਿਹੜੇ ਭਾਈ ਸਾਹਿਬ ਜੀ ਗੱਲ ਕਰਕੇ ਕਹਿੰਦੇ ਜਿਹੜੀ ਹਿੰਦੁਸਤਾਨ ਜਿਹਨੂੰ ਕਿਹਾ ਜਾਂਦਾ ਨਕਸ਼ੇ ਵਿੱਚ ਨਹੀਂ ਹੈ, ਕਿਤੇ ਵੀ ਵਰਲਡ ਵਾਈਡ ਜੇ ਕੋਈ ਦਿਖਾ ਦੇਵੇ ਬਈ ਇਹ ਨਕਸ਼ੇ ਦੇ ਵਿੱਚ ਇਹ ਹਿੰਦੁਸਤਾਨ ਆ ਤਾਂ ਅਸੀਂ ਉਹਨੂੰ ਹਿੰਦੁਸਤਾਨ ਕਹਾਂਗੇ। ਲੇਕਿਨ ਭਾਰਤ ਹੈ, ਲਾਡਨਾ ਨਾਂ ਰੱਖਿਆ ਜਾਂਦਾ ਇੰਡੀਆ ਜਾਂ ਇੰਗਲਿਸ਼ 'ਚ ਨਾਂ। ਸੋ ਸਾਡਾ ਭਾਰਤ ਹੈ ਉਹ ਇੰਡੀਆ ਆ, ਉਹ ਸਾਰਿਆਂ ਦਾ। ਉੱਥੇ ਸਿੱਖ ਵੀ ਆ, ਮੁਸਲਮਾਨ ਵੀ ਆ, ਹਰ ਕੋਈ ਦਾ ਅਧਿਕਾਰ ਹੈ। ਜਿਹੜੇ ਅਧਿਕਾਰਾਂ ਨੂੰ ਖੋਹਣਾ ਚਾਹੁੰਦਾ, ਇਹ ਹੁਣ ਤੋਂ ਨਹੀਂ ਤੁਰੀਆਂ ਆਈਆਂ ਰਵਾਇਤਾਂ। ਜੇ ਭਾਈ ਸਾਹਿਬ ਮੇਰਾ ਫੋਨ ਚੱਕਦੇ, ਮੈਂ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਕਿ ਧਰਮਿੰਦਰ ਦਾ ਵਿਆਹ ਹੋਇਆ ਸੀ ਹੇਮਾ ਮਾਲਿਨੀ ਦੇ ਨਾਲ। ਜਦੋਂ ਧਰਮਿੰਦਰ ਦਾ ਵਿਆਹ ਹੋਇਆ, ਉਹ ਪੰਡਤ ਨੇ ਪੁੱਛਿਆ ਵੀ ਤੇਰੀ ਗੋਤਰ ਕੀ ਆ? ਉਹ ਕਹਿੰਦਾ ਕਿ ਦਿਓਲ। ਉਹ ਕਹਿੰਦਾ ਤੁਸੀਂ ਤਾਂ ਅਛੂਤ ਹੈ, ਅਛੂਤ ਦਾ ਤਾਂ ਇੱਦਾਂ ਵਿਆਹ ਹੀ ਨਹੀਂ ਹੋ ਸਕਦਾ। ਜਿਹੜੀ ਹੇਮਾ ਮਾਲਿਨੀ ਆ, ਉਹਨੂੰ ਆਪਣੇ ਪੱਟ 'ਤੇ ਬਿਠਾਲ ਕੇ ਬਾਹਮਣ ਨੇ ਉਹਦਾ ਵਿਆਹ ਕੀਤਾ। ਇੱਕ ਐਡਾ ਵੱਡਾ ਸਟਾਰ ਆ ਔਰ ਜੱਟ ਫੈਮਿਲੀ 'ਚੋਂ। ਕਹਾਣੀ ਕੀ ਹੋਈ ਆ ਕਿ ਜਿਹੜਾ ਸ਼ੂਦਰ ਸੀ ਨਾ ਪੰਜਾਬ ਦੇ ਵਿੱਚ, ਉਹ ਜਿਹੜਾ ਜ਼ਿਮੀਂਦਾਰ ਬਰਾਦਰੀ ਸੀ, ਜਿਹੜੀ ਜੱਟ ਬਰਾਦਰੀ ਸੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਨੂੰ ਇੱਕ ਕੀਤਾ, ਲੇਕਿਨ ਜਿਹੜੇ ਸੀਰੀ ਲੋਕ ਸੀ ਇਹ ਤਾਂ ਵਿਚਾਰਿਆਂ ਨੂੰ ਨਾ ਨਾਂ ਰੱਖਣ ਦਾ ਰਾਈਟ ਸੀ, ਨਾ ਪੈਸਾ ਇਹਨਾਂ ਕੋਲ ਸੀ, ਬਹੁਤ ਕੁਛ ਇਹਨਾਂ ਕੋਲ ਸੀ। ਜਦੋਂ ਕੋਈ ਪੈਸਾ ਹੋਵੇ ਉਹਦੀ ਵੱਡੀ ਗੱਲ ਹੁੰਦੀ। ਗੁਰੂ ਗੋਬਿੰਦ ਸਿੰਘ ਨੂੰ ਜਿਨ੍ਹਾਂ ਨੇ ਅਪਣਾ ਲਿਆ, ਉਹ ਸਾਰੇ ਵੱਡੇ ਹੋ ਗਏ, ਹੌਲੀ ਹੌਲੀ ਵੱਡੇ ਹੋ ਗਏ। ਉਹ ਵੱਡੇ ਇਸ ਤਰੀਕੇ ਨਾਲ ਹੋ ਗਏ ਕਿ ਅਗਰ ਗ੍ਰੰਥਾਂ ਦੇ ਦੂਜੇ ਪੜਾਅ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਕਿਤੇ ਵੀ ਨਹੀਂ ਹੈਗੇ, ਲੇਕਿਨ ਦੂਸਰੇ ਗ੍ਰੰਥਾਂ ਨੂੰ ਅਸੀਂ ਟੋਲੀਏ ਫਰੋਲੀਏ ਤਾਂ ਬਹੁਤ ਵੱਡੀ ਜਿਹੜੀ ਆ ਹਿੰਦੂਆਂ ਨੇ ਜਾਣ ਬੁੱਝ ਕੇ ਪਾਈਆਂ ਹੋਈਆਂ ਗੱਲਾਂ ਵਿੱਚ। ਮੈਂ ਪਿਛਲੀ ਵਾਰ ਵੀ ਦੱਸਿਆ ਸੀ ਵੀ 6ਵੇਂ ਪਾਤਸ਼ਾਹ ਦਾ ਜਨਮ ਗੰਢੇ ਦੇ ਨਾਲ ਦਿਖਾਲਿਆ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਅੱਪ ਕਰਦੇ ਰਹੇ ਕਿ ਇਹਨਾਂ ਨੂੰ ਥੱਲੜੇ ਜਿਹੜੇ ਸੀ ਇਹਨਾਂ ਨੂੰ ਪਿੱਛੇ ਕਰਦੇ ਗਏ। ਉਹ ਵੀ ਉੱਪਰ ਹੁੰਦੇ ਗਏ। ਲੇਕਿਨ ਚਾਹੀਦਾ ਤਾਂ ਇਹ ਸੀ ਵੀ ਜਿਹੜੇ ਸਾਡੇ ਪਿੱਛੇ ਰਹਿ ਗਏ ਉਹਨਾਂ ਦੀ ਬਾਂਹ ਫੜੀਏ, ਨਾਲ ਰਲਾਈਏ, ਬਜਾਏ ਇਸ ਦੇ ਕਿ ਅਸੀਂ ਖਾਲਿਸਤਾਨ ਜਿਹੜਾ ਆ ਬਾਹਰ ਮੰਗਣ ਦੀ ਬਜਾਏ ਉਹ ਅਸੀਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਹੁੰਦਾ, ਗੁਰੂ ਦੀ ਬਾਣੀ ਦੱਸੀ ਹੁੰਦੀ। ਲੇਕਿਨ ਇੱਦਾਂ ਨਹੀਂ ਹੋਇਆ। ਹਿੰਦੂਆਂ ਨੇ ਬਲਬੀਰ ਸਿੰਘ ਕੌੜੇ ਦੀ ਕਿਤਾਬ ਹੈ ਨਾ ਕਿ ਹਿੰਦੂ ਸਿੱਖ ਵੀ ਨਿਕਲ ਗਿਆ, ਉਹਦੇ 'ਚ ਕਦੇ ਪੜ੍ਹਿਓ ਕਿਵੇਂ ਇਤਿਹਾਸ ਜਿਹੜਾ ਆ ਉਹ ਬਦਲਿਆ, ਕਿਵੇਂ ਬੁੱਧ ਨੂੰ ਖਤਮ ਕੀਤਾ, ਕਿਵੇਂ ਮੁਸਲਮਾਨਾਂ ਨੂੰ ਖਤਮ ਕੀਤਾ, ਕਿਵੇਂ ਜਾਂ ਜੈਨਾਂ ਨੂੰ ਖਤਮ ਕੀਤਾ, ਉਵੇਂ ਸਿੱਖ ਨੂੰ ਵੀ ਜਿਹੜਾ ਆ ਇਹ ਹੌਲੀ ਹੌਲੀ ਵਿੱਚ ਘਸੋੜ ਦਿੱਤਾ। ਸੋ ਪਿਆਰੇ ਦਰਸ਼ਕੋ, ਮੇਰੇ ਦੱਸਣ ਦਾ ਮਤਲਬ ਇਹ ਹੈ ਕਿ ਸਾਨੂੰ ਜੇ ਗੁਰੂ ਦੀ ਬਾਣੀ ਸੀ ਤਾਂ ਗੁਰੂ ਦੀ ਬਾਣੀ ਅਨੁਸਾਰ ਹਰ ਇੱਕ ਨੂੰ ਉਸ ਤਰੀਕੇ ਨਾਲ ਚੱਲਣਾ ਚਾਹੀਦਾ ਸੀ। ਪਰ ਪਾੜਾ ਪੈ ਚੁੱਕਾ ਆ, ਪਾੜਾ ਵੀ ਬਹੁਤ ਵੱਡਾ ਪੈ ਗਿਆ। ਇਹਦੇ ਬਾਰੇ ਜੇ ਗੱਲ ਕਰਨੀ ਹੋਵੇ ਤਾਂ ਬੜਾ ਵੱਡੀ ਗੱਲ ਹੋਏਗੀ। ਆਓ ਚੱਲਦੇ ਹਾਂ। ਇੰਡੀਆ ਦੇ ਵਿੱਚ ਥਾਂ ਜਿਹੜੇ ਆ ਉਹ ਜਿਹੜੇ ਆ ਕੋਲ ਹੋ ਰਹੇ ਆ, ਪ੍ਰੋਟੈਸਟ ਹੋ ਰਹੇ ਹਨ, ਪਾਰਟੀਆਂ ਬਣ ਰਹੀਆਂ ਨੇ, ਪੰਜਾਬ 'ਚ ਇਲੈਕਸ਼ਨ ਆ ਰਹੀਆਂ ਨੇ। ਕੀ ਕਾਰਨ ਨੇ ਕੁਲਵੰਤ ਜੀ? ਚਾਲ ਜੀ, ਗੱਲ ਹੈ ਕਿ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਜਿਹੜਾ ਕਰਮਚਾਰੀ ਵਰਗ ਆ ਇੰਨਾ ਤੰਗ ਹੋ ਚੁੱਕਿਆ, ਉਹ ਚਾਹੇ ਉਹ ਟੀਚਰ ਨੇ, ਚਾਹੇ ਸਫਾਈ ਕਰਮਚਾਰੀ ਨੇ, ਤੇ ਚਾਹੇ ਬੈਂਕ ਮੁਲਾਜ਼ਮ ਨੇ, ਉਹ ਸਾਰਿਆਂ ਦੇ ਉਹ ਇੰਨੀ ਉਹਨਾਂ ਦੀ ਜਿਹੜੀ ਜ਼ਿੰਦਗੀ ਇੰਨੀ ਟਾਈਟ ਹੋ ਗਈ ਹੈ, ਪੈਸੇ ਦੀ ਕੀਮਤ ਹੈ ਜਿਹੜੀ ਰੁਪਏ ਦੀ ਕੀਮਤ ਨਹੀਂ ਘਟ ਗਈ ਹੈ ਕਿ ਹੁਣ ਜੀਣਾ ਮੁਸ਼ਕਿਲ ਹੋ ਗਿਆ। ਤੇ ਤੁਸੀਂ ਸ਼ਾਇਦ ਨਹੀਂ ਅਤਵਾਰ ਕਰੋਗੇ, ਇੱਕ ਤਾਂ ਪ੍ਰਾਈਵੇਟਾਈਜੇਸ਼ਨ ਹੈ ਜਿਹੜੀ ਹੈ ਨਾ, ਉਸ ਨੇ ਬਿਲਕੁਲ ਪੱਠਾ ਦਾ ਨਿੱਜੀਕਰਨ ਨੇ। ਜਿਹੜੀ WTO ਦੇ ਥੱਲੇ ਅਸਲ ਵਿੱਚ ਆਪਾਂ ਬਾਰ-ਬਾਰ ਕਰਨੇ ਕਿ ਲੋਕਾਂ ਨੂੰ ਸਮਝ ਪੈ ਜਾਵੇ, ਇੱਕ ਵਰਲਡ ਦੇ ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ, ਜਿਹੜੀ ਪ੍ਰਾਈਵੇਟਾਈਜ਼ੇਸ਼ਨ ਨੂੰ ਮੂਹਰੇ ਕਰਦੀ ਪਈ ਹੈ ਕਿ ਸਾਰੇ ਵਰਲਡ ਦੇ ਵਿੱਚ ਪ੍ਰਾਈਵੇਟਾਈਜ਼ ਹੋਵੇ। ਬਿਲ ਗੇਟਸ ਵਗੈਰਾ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਚਾਹੁੰਦੀਆਂ ਨੇ, ਅੰਬਾਨੀ ਅਡਾਨੀ ਉਹਨਾਂ ਦਾ ਹਿੱਸਾ ਹੈ। ਉਸ ਕਰਕੇ ਜਿਹੜਾ ਉੱਥੇ ਇੰਨੀ ਜ਼ਿੰਦਗੀ ਦੁੱਭਰ ਹੋ ਗਈ। ਅਸੀਂ ਤੁਹਾਨੂੰ ਦੱਸਿਆ ਵੀ ਦੇਖ ਕੇ ਆਏ ਹਾਂ ਕਿ ਜ਼ਿੰਦਗੀ ਨਾਂ ਦੀ ਚੀਜ਼ ਭਾਰਤ ਦੇ ਵਿੱਚ ਨਹੀਂ ਆ। ਉੱਥੇ ਦਾ
ਸਰਵਾਈਵਲ ਹੈ, ਜ਼ਿੰਦਗੀ ਟਾਈਮ ਘਟੀ ਹੈ, ਤੇ ਉਸ ਦੇ ਵਿੱਚੋਂ ਲੋਕ ਤੰਗ ਹੋ ਕੇ ਆਪਣੇ ਹੱਕਾਂ ਲਈ, ਆਪਣੇ ਆਪ ਨੂੰ ਪੱਕਾ ਕਰਾਉਣ ਲਈ ਉਹ ਸਟ੍ਰਾਈਕ ਕਰ ਰਹੇ ਨੇ, ਹੜਤਾਲਾਂ ਕਰਦੇ ਪਏ ਨੇ, ਪ੍ਰੋਟੈਸਟ ਕਰਦੇ ਪਏ ਆ। ਪਰ ਜਿਹੜੀ ਸਾਡੀ ਬੇਸ਼ਰਮ ਸਰਕਾਰਾਂ ਨੇ, ਉਹਨਾਂ ਦੇ ਸਿਰ ਦੇ ਉੱਤੇ ਭੁਰਾ ਜਿੰਨੀ ਜੂੰ ਨਹੀਂ ਸੜਕਦੀ। ਉਹ ਅਨਾਊਂਸ ਕਰ ਦਿੰਦੇ ਆ, ਬੇਸ਼ੱਕ ਉਹ ਚੰਨੀ ਹੋਵੇ 36,000 ਬੰਦਾ ਮੈਂ ਪੱਕਾ ਕਰਾਂਗਾ, ਜਿਹੜੇ ਕਿ ਲੋਕ ਉਸ ਤਰ੍ਹਾਂ ਤੁਰੇ ਫਿਰਦੇ ਨੇ। ਉਹ 36,000 ਜਿਹੜਾ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ, ਉਹ ਇੰਨੇ ਤੰਗ ਹੋਏ ਕਿ ਉਹ ਸ਼ਾਇਦ ਆਪ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਊਗਾ ਕਿ ਉਹ ਰਾਹੁਲ ਗਾਂਧੀ ਦੇ ਘਰ ਦੇ ਮੂਹਰੇ ਜਾ ਕੇ ਦਿੱਲੀ ਵਿੱਚ ਬਹਿ ਗਏ ਨੇ, 3600 ਗਾਲਾਂ ਕੱਢਦੇ ਹੋ। ਹਾਂ, ਤੇ ਮਤਲਬ ਕਹਿਣ ਦਾ ਵੀ ਅਸਲ ਦੇ ਵਿੱਚ ਜਿਹੜੀ ਗੱਲ ਹੈ, ਮੇਨ ਤਾਂ ਗੱਲ ਇਹ ਹੈ ਕਿ ਜਿਹੜੀ ਇੱਕ ਜਿਹੜਾ ਸਫਾਈ ਕਰਮਚਾਰੀ ਆ, ਇੱਕ ਤਾਂ ਉਹਨੂੰ ਕੱਚਾ ਰੱਖਿਆ ਜਾ ਰਿਹਾ, ਫਿਰ ਉੱਤੋਂ ਜੀ ਉਹ ਤਨਖਾਹ 8 ਤੋਂ 10,000 ਦੇ ਵਿੱਚ ਆ। ਤੇ ਮੈਂ ਇੰਡੀਆ ਹੁਣ ਜਾ ਕੇ ਆਇਆ, ਤੁਸੀਂ ਆਪ ਜਾਣਦੇ ਹੋ ਕਿ ਆਪਾਂ ਦੇਖੋ, ਆਪਾਂ ਜੋ ਇੱਧਰੋਂ ਜਾਂਦੇ, ਚਲੋ ਆਪਣੀ ਗੱਲ ਹੋਰ ਹੈ, ਪਰ ਉੱਥੇ ਇੱਕ ਆਮ ਆਦਮੀ ਦਾ ਖਰਚਾ 1,000 ਦੇ ਕਰੀਬ ਡੇਲੀ ਹੈਗਾ। ਜੇ ਉਹਦੇ ਸਾਰੇ ਖਰਚੇ ਪਾਏ ਜਾਣ, ਜੇ ਦਵਾਈਆਂ ਵਿੱਚੋਂ ਨਾ ਪਾਈਆਂ ਜਾਣ, ਜੇ ਆਮ ਜ਼ਿੰਦਗੀ ਚੱਲਦੀ ਹੋਵੇ, ਫਿਰ ਲਗਭਗ 1,000 ਦੇ ਕਰੀਬ, ਤਾਂ ਕਿੱਥੇ 8,000 ਦੇ ਵੀ ਗੁਜ਼ਾਰਾ ਕਰੂਗਾ। ਬਿਲਕੁਲ ਜੀ। ਪਿਆਰੇ ਦਰਸ਼ਕੋ, ਅਸੀਂ ਸ਼ਬਦਾਂ ਦੇ ਹੇਰ-ਫੇਰ ਵਿੱਚ ਤੁਹਾਡੇ ਨਾਲ ਦੁਬਾਰਾ ਗੱਲ ਕਰਨੀ ਸ਼ੁਰੂ ਕੀਤੀ ਹੈ। ਪਹਿਲਾਂ ਕੁਝ ਬਿਜ਼ੀ ਹੋ ਗਏ ਸੀ, ਲੱਭ ਨਹੀਂ ਸੀ ਪਾ ਰਹੇ ਗੱਲਾਂ। ਇੱਕ ਅੱਜ ਅਜੀਬ ਜੀ ਤੁਹਾਡੇ ਨਾਲ ਗੱਲ ਕਰਨੀ ਆ, ਮੈਨੂੰ ਪਤਾ ਨਹੀਂ ਤੁਸੀਂ ਮੰਨੋਗੇ ਜਾਂ ਨਹੀਂ ਮੰਨੋਗੇ, ਪਰ ਸੱਚ ਹੈ। ਇੱਕ ਮੰਗਾਲਿਆ ਸਾਡਾ ਭਾਰਤ ਦਾ ਇੱਕ ਅੰਗ ਹੈ, ਉੱਥੇ ਦੇ ਜਿਹੜੇ ਬੱਚਿਆਂ ਦੇ ਨਾਂ ਜਾਂ ਬੁੱਢਿਆਂ ਦੇ ਇਸ ਵੇਲੇ ਜਿੰਨੇ ਵੀ ਨਾਂ ਆ ਉਹਨਾਂ ਦੇ, ਉਹ ਫਿਲਮੀ ਨਾਵਾਂ 'ਤੇ ਰੱਖੇ ਜਾਂਦੇ ਨੇ। ਜਿਵੇਂ ਮੰਨ ਲਓ ਦਿਲ ਵਾਲੇ ਦੁਲਹਨੀਆਂ ਲੈ ਜਾਣਗੇ, ਤਾਂ ਉੱਥੇ ਬੰਦਿਆਂ ਦਾ ਨਾਂ ਹੋਊਗਾ ਦਿਲ ਵਾਲੇ ਦੁਲਹਨੀਆਂ ਲੈ ਜਾਣਗੇ। ਕਾਰਨ ਪਿੱਛੇ ਇਹ ਰਿਹਾ ਆ ਬਈ ਜਿਹੜੇ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਮੇਘਾਲਿਆ ਦੀਆਂ ਫਿਲਮਾਂ, ਉਹਨਾਂ ਦੇ ਨਾਂ ਰੱਖੇ ਜਾਂਦੇ ਆ। ਕਾਰਨ ਪਿੱਛੇ ਇਹ ਸੀ ਕਿ ਕਿਉਂਕਿ ਜੰਗਲੀ ਏਰੀਆ ਸੀ, ਚੀਤੇ ਅਤੇ ਸ਼ੇਰ ਜ਼ਿਆਦਾ ਸੀ, ਉਹਨਾਂ ਨੂੰ ਡਰਾਉਣ ਦੇ ਲਈ ਉਹ ਨਾਂ ਲੈਂਦੇ ਸੀ ਆਪਣੇ ਬੰਦੇ ਦਾ, ਲੰਬੇ ਲੰਬੇ ਨਾਂ ਹੁੰਦੇ ਸੀ ਵੀ ਤਾਂ ਕਿ ਆਪਣੇ ਪੰਜਾਬੀ 'ਚ ਕਹਿੰਦੇ ਨਾ ਵੀ ਤੂੰ ਤਾਂ ਯਾਰ ਰਾਸ਼ਨ ਪਾਣੀ ਲੈ ਕੇ ਚੜ੍ਹ ਗਿਆ, ਜਾਂ ਕੀ ਹੁੰਦਾ, ਇੱਕ ਤੂੰ ਇੱਕਦਮ ਹੀ ਚੜ੍ਹ ਗਿਆ, ਹਲਾ ਲਾਲਾ ਕਰਕੇ ਚੜ੍ਹ ਗਿਆ। ਉਹ ਹਲਾ ਲਾਲਾ ਜਿਹੜੀ ਆ ਉਹ ਇਸੇ ਲਈ ਨਾਂ ਰੱਖਦੇ ਸੀ, ਉਹਨਾਂ ਦੇ ਨਾਂ ਲੈਣੇ ਜ਼ੋਰ ਨਾਲ, ਅਤੇ ਹਲਾ ਲਾਲਾ ਹੋ ਜਾਣੀ। ਇਹ ਇੱਕ ਸ਼ਬਦ ਸੀ। ਦੂਜਾ ਸ਼ਬਦ ਅੱਜ ਮੈਂ ਤੁਹਾਨੂੰ ਹੈਰਾਨ ਕਰਨ ਦੇਣ ਵਾਲਾ ਤੁਹਾਡੇ ਨਾਲ ਡਿਸਕਸ ਕਰਾਂਗਾ ਭਗਵੰਤ ਜੀ। ਹਾਂਜੀ, ਬਾਜ ਜਿਹੜਾ ਆ ਸ਼ਬਦ, ਉਹਨੂੰ ਅਸੀਂ ਮਰਦ ਸਮਝਦੇ ਹਾਂ, ਅਸਲ 'ਚ ਉਹ ਲੇਡੀ ਹੈ। ਕਿਹੜਾ ਬਾਜ? ਬਾਜ, ਅੱਛਾ, ਜਿਹੜਾ ਉੱਡਦਾ ਸਭ ਤੋਂ ਵੱਧ। ਹਾਂ, ਬਾਜ ਫੀਮੇਲ ਆ, ਮੇਲ ਨਹੀਂ ਹੈ। ਜਿਹੜਾ ਇਹਦਾ ਵਰਜਨ ਆ, ਇਹਦਾ ਫੀਮੇਲ ਵਰਜਨ ਆ। ਜਿਹੜਾ ਬਾਜ ਦਾ ਹਸਬੈਂਡ ਆ, ਜਿਹੜਾ ਮੰਨਿਆ ਜਾਂਦਾ, ਉਹ ਹੈਗਾ ਜ਼ਰੂਰਾ, ਜ਼ਰੂਰ ਜਾਂ ਜ਼ਰੂਰ ਨਾਂ ਦਾ ਉਹਦਾ ਨਾਂ ਆ। ਲੇਕਿਨ ਬੱਬੇ ਨੂੰ ਕੰਨਾ, ਜਿੱਜਾ ਤੇ ਪੈਰ 'ਚ ਬਿੰਦੀ ਜਿਹੜਾ ਬਾਜ ਆ, ਉਹ ਔਰਤ ਆ। ਬਾਜ ਜਿਹੜੀ ਆ ਸਭ ਤੋਂ ਵੱਧ ਜਿਹੜੀ ਵੱਡੀ ਉੱਡਦੀ ਆ, ਸਭ ਤੋਂ ਉੱਚੀ ਜਿਹੜੀ ਬਾਜ ਉੱਡਦੀ ਆ, ਉੱਡਦਾ ਨਹੀਂ ਹੁੰਦਾ, ਉੱਡਦੀ ਆ। ਅਤੇ ਆਪਣੇ ਬੱਚਿਆਂ ਨੂੰ ਸਿਖਲਾਈ ਵੀ ਜਿਹੜੀ ਆ ਬਾਜ ਦਿੰਦੀ ਆ। ਉਹ ਇੰਨੀ ਤਕੜੀ ਹੁੰਦੀ ਆ ਕਿ ਜੇਕਰ ਉਹਨੂੰ ਭੁੱਖ ਲੱਗੀ ਹੋਵੇ ਤਾਂ ਉਹਦੇ ਘਰ ਵਾਲਾ ਨਾਲ ਬੰਨਿਆ ਹੋਵੇ ਤਾਂ ਉਹਨੂੰ ਹੀ ਮਾਰ ਕੇ ਖਾ ਜਾਂਦੀ ਹੈ, ਇੰਨੀ ਤਕੜੀ ਆ। ਜਿਹੜਾ ਹਸਬੈਂਡ ਆ ਉਹ ਘੱਟ ਤਕੜਾ ਹੁੰਦਾ, ਲੇਕਿਨ ਬਾਜ ਜਿਹੜੀ ਆ ਉਹ ਸਭ ਤੋਂ ਵੱਧ ਤਕੜੀ ਹੁੰਦੀ। ਅੱਜ ਤੋਂ ਯਾਦ ਰੱਖਿਓ ਮੇਰੀ ਗੱਲ, ਜੇ ਇਹ ਝੂਠ ਹੋਈ ਤਾਂ ਆਪਾਂ ਅਗਲੀ ਵਾਰ ਨੂੰ ਪ੍ਰੋਗਰਾਮ ਕਰਨਾ ਬੰਦ ਕਰ ਦਿਆਂਗੇ। ਬਾਜ ਫੀਮੇਲ ਸ਼ਬਦ ਆ, ਉਹਨੂੰ ਮੇਲ ਨਹੀਂ। ਆਪਾਂ ਸੌਖਾ ਬਾਜਣੀ ਕਹਿ ਲਿਆ ਕਰਨ ਤਾਂ ਨਹੀਂ, ਬਾਜਣੀ ਵੀ ਨਹੀਂ ਬਣਦੀ, ਬਾਜਣੀ ਫਿਰ ਸੌਖਾ ਹੈ ਹੀ। ਬਾਜ ਜਿਹੜਾ ਲੇਡੀਜ਼ ਆ, ਲੇਡੀ ਵਰਡ ਆ। ਸੋ ਕਈਆਂ ਨੂੰ ਸੁਣਨ 'ਤੇ ਬੜੀ ਹੈਰਾਨੀ ਹੋਣੀ ਆ, ਕਿਉਂਕਿ ਵਹਿਮ ਆ ਜਿਹੜੇ ਬਹੁਤ ਦੇਰ ਦੇ ਸ਼ਬਦਾਂ ਦੇ ਹੇਰ ਫੇਰ ਸਾਡੇ 'ਚ ਬੜੇ ਹੋਏ ਆ। ਇੱਦਾਂ ਦੇ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਆਓ ਚਲੀਏ ਇੱਕ ਖਬਰ ਵੀ ਸਰਕਾਰ ਨੇ ਅੰਬਾਨੀਆਂ ਅਤੇ ਅਡਾਨੀਆਂ ਨੂੰ ਬੈਂਕਾਂ ਵੀ ਵੇਚੀਆਂ। ਤੁਹਾਡੇ ਕੋਲ 1 ਮਿੰਟ ਆ ਜੀ। ਐਕਚੁਅਲੀ ਜਿਹੜੀ ਆਪਣੇ ਚੱਲਦੀ ਪਈ ਸਾਰੇ ਭਾਰਤ ਦੇ ਵਿੱਚ ਸਟ੍ਰਾਈਕ ਚੱਲਦੀ ਪਈ, ਜਿਹਦੇ ਵਿੱਚ 9 ਤੋਂ ਲੈ ਕੇ 10 ਲੱਖ ਤੱਕ ਦੇ ਕਰਮਚਾਰੀ, ਬੈਂਕ ਕਰਮਚਾਰੀ ਇਨਵੋਲਵ ਨੇ। ਉਹ ਇਸ ਕਰਕੇ ਆ ਕਿ ਜਿਹੜੀ ਸਰਕਾਰ ਆ, ਭਾਰਤੀ BJP ਸਰਕਾਰ ਹੈਗੀ, ਉਹ ਜਿਹੜੇ ਰਹਿੰਦੇ ਖੁੰਦੇ ਬੈਂਕ ਬਚੇ ਨੇ ਉਹਨਾਂ ਦੀ ਵੀ ਪ੍ਰਾਈਵੇਟਾਈਜ਼ੇਸ਼ਨ ਕਰਨੀ ਚਾਹੁੰਦੀ ਆ। ਅਤੇ ਮੁੜ ਕੇ ਉਹ ਜਿਹੜੀ ਪ੍ਰਾਈਵੇਟਾਈਜ਼ੇਸ਼ਨ ਕਰਨੀ, ਵੇਚਣੀ ਵੀ ਉਹਨਾਂ ਨੂੰ ਚਾਹੁੰਦੀ ਆ ਜਿਹੜਾ ਲੋਕਾਂ ਨੇ ਪਹਿਲਾਂ, ਜਿਹੜੇ ਫਰੋਡਸਟਰ, ਜਿਹੜੇ ਡਿਫਾਲਟਰ ਨੇ, ਉਹਨਾਂ ਨੂੰ ਦੇਣੀ ਚਾਹੁੰਦੀ ਹੈ। ਜਿਹੜੇ ਕਿ ਅੰਬਾਨੀ, ਅਡਾਨੀ ਤੁਸੀਂ ਸਾਰੇ ਹੁਣ ਤੱਕ ਜਾਣਦੇ ਹੋਗੇ, ਉਹਨਾਂ ਨੂੰ ਵੇਚਣੀ ਚਾਹੁੰਦੀ ਆ। ਜਿਨ੍ਹਾਂ ਨੇ ਪਹਿਲਾਂ ਹੀ 25 ਲੱਖ ਕਰੋੜ ਰੁਪਈਆ ਭਾਰਤ ਸਰਕਾਰ ਬੈਂਕਾਂ ਤੋਂ ਲੈ ਕੇ ਮੋੜਿਆ ਨਹੀਂ। ਅਤੇ ਉਸ ਕਰਕੇ ਅੱਜ ਸਾਰੀ ਜਿਹੜੀ ਇਕੋਨਮੀ ਆ ਭਾਰਤ ਦੀ, ਉਹ ਗੜਬੜ ਦੇ ਵਿੱਚ ਥਰਥਰਾ ਰਹੀ ਆ। ਔਰ ਉਸੇ ਵਿੱਚੋਂ ਇਹ ਸਾਰਾ ਕੁਝ ਪੈਦਾ ਹੋ ਰਿਹਾ। ਜਿਹੜੀ ਉੱਥੇ ਇੰਡੀਆ ਦੇ ਭਾਰਤ ਦੇ ਵਿੱਚ ਜ਼ਿੰਦਗੀ ਨਾਂ ਦੀ ਚੀਜ਼ ਖਤਮ ਹੋ ਗਈ ਹੈ, ਉਸ ਦੇ ਵਿੱਚੋਂ ਇੱਕ ਹੈ। ਪਰ ਤੁਸੀਂ ਜਿਹੜੇ ਕਰਮਚਾਰੀ ਨੇ, ਬੈਂਕ ਕਰਮਚਾਰੀ ਨੇ, ਉਹਨਾਂ ਦੇ ਤੁਸੀਂ ਖਾਸ ਵੀ ਦੇਖੋ, ਉਹਨਾਂ ਦੇ ਜਿਗਰੇ ਦੇਖੋ, ਲੋਕ ਵੀ ਤਕੜੇ ਹੋ ਕੇ ਆ ਰਹੇ ਨੇ। ਉਹਨਾਂ ਨੇ
ਸਾਰਿਆਂ ਨੇ ਭਾਰਤ ਦੇ ਵਿੱਚ ਉਹਨਾਂ ਨੇ 2-2 ਦਿਨ ਦੀ ਆਪਣੀ ਤਨਖਾਹ ਫੰਡ ਦੇ ਵਿੱਚ ਦਿੱਤੀ ਹੈ, ਜਿਹੜੀ 1000 ਕਰੋੜ ਰੁਪਈਆ ਬਣਦੀ ਆ। ਤੇ ਉਹ ਲੋਕ ਕਹਿੰਦੇ ਆ ਵੀ ਅਸੀਂ ਜਿੱਤਾਂਗੇ, ਅਸੀਂ ਜਿੱਤ ਕੇ ਜਾਵਾਂਗੇ। ਬਿਲਕੁਲ ਉਸ ਤਰ੍ਹਾਂ ਉਹ ਗੱਲ ਕਰਦੇ ਨੇ। ਉਨਾ ਹੌਸਲਾ ਉਹਨਾਂ ਦੇ ਕੋਲ ਹੈਗਾ ਜਿਸ ਤਰ੍ਹਾਂ ਕਿਸਾਨਾਂ ਦੇ ਕੋਲ ਸੀਗਾ। ਤੇ ਉਹਨਾਂ ਦੀ ਜਿੱਤ ਹੈ, ਅਸੀਂ ਉਹਨਾਂ ਨੂੰ ਉਹਨਾਂ ਲਈ ਆਸ ਕਰਦੇ ਹਾਂ ਕਿ ਉਹ ਜਿੱਤ ਕੇ ਜਾਣ ਆਪਣੇ। ਉਹ ਜੇ ਉਹ ਜਿੱਤ ਗਏ, ਇਹ ਜਿੱਤ ਸਾਰੇ ਲੋਕਾਂ ਦੀ ਹੈ ਸਾਡੀ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ, ਉਸ ਪਾਸੇ ਨੂੰ ਜਾਣਾ ਪਊਗਾ, ਜਾਣਾ ਚਾਹੀਦਾ, ਫਿਰ ਹੀ ਸਾਨੂੰ ਕੁਝ ਮਿਲੂਗਾ। ਅਦਰਵਾਈਜ਼ ਕੋਈ ਪੰਜਾਬੀ 'ਚ ਕਹਿੰਦੇ ਆ ਤੇ ਰੋਏ ਬਗੈਰ ਮਾਂ ਵੀ ਦੁੱਧ ਨਹੀਂ ਦਿੰਦੀ ਆ। ਬਹੁਤ ਮਿਹਰਬਾਨੀ। ਪਿਆਰ ਦਰਸ਼ਕੋ, ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਕਿਹਾ ਸੀ ਕਿ ਇਨਸਾਨ ਜਿਹੜਾ ਹੁੰਦਾ ਬਣਨਾ ਬਹੁਤ ਅੱਛੀ ਗੱਲ ਹੈ। ਧਰਮ ਜਿਹੜਾ ਆ ਉਹ ਸਾਡੀ ਪਰਸਨਲ ਫੀਲਿੰਗ ਆ। ਧਰਮ ਸਾਡਾ ਆਪਣੀ ਮਰਜ਼ੀ ਆ। ਸਾਨੂੰ ਧਰਮ ਦੂਜੇ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਵੀ ਤੂੰ ਇਸ ਧਰਮ 'ਚ ਜਾ ਜਾਂ ਉਹ ਧਰਮ ਤੁਹਾਡੀ ਆਪਣੀ ਮਰਜ਼ੀ ਹੈ। ਸੋ ਜਿਹੜਾ ਵੀ ਅੱਜ ਪ੍ਰੋਗਰਾਮ ਕੀਤਾ, ਅਸੀਂ ਕਿਸੇ ਵੀ ਧਰਮ ਨੂੰ ਨਿੰਦਿਆ ਕਰਨ ਲਈ ਨਹੀਂ ਕੀਤਾ। ਅਸੀਂ ਇੱਕ ਆਸ ਰੱਖੀ ਹੈ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਨਹੀਂ, ਸ਼ਾਂਤੀ ਨਾਲ ਜੀਣਾ ਹੈ, ਚੰਗੀ ਹੁੰਦੀ ਹੈ ਸ਼ਾਂਤੀ ਨਾਲ ਜੀਣਾ। ਡਰ ਕੇ ਜੀਣਾ ਚੰਗਾ ਹੁੰਦਾ ਹੈ। ਡਰ ਕੇ ਜੀਣ ਵਾਲਾ ਬੰਦਾ ਲੰਬੀ ਉਮਰ ਕੱਢ ਜਾਂਦਾ। ਲੇਕਿਨ ਕਿਸ ਤਰ੍ਹਾਂ ਦਾ ਡਰ, ਜਿੱਦਾਂ ਦਾ ਮੈਂ ਹੁਣ ਦੱਸ ਕੇ ਹਟਿਆ ਵੀ ਇਹੋ ਜਿਹੇ ਅਟੈਕ ਤੋਂ ਬਚਣਾ ਚਾਹੀਦਾ। ਇਹ ਡਰ ਜਿਹੜਾ ਸਾਡੇ ਮਨ 'ਚ ਰਹਿਣਾ ਚਾਹੀਦਾ। ਬਾਕੀ ਹਾਂ, ਆਪਣੇ ਹੱਕ ਲਈ ਲੜਨਾ ਚਾਹੀਦਾ। ਲੜਨ ਦੇ ਤਰੀਕੇ ਮੈਂ ਪਹਿਲਾਂ ਵੀ ਦੱਸਿਆ ਕਿ ਬਾਬਾ ਸਾਹਿਬ ਨੇ ਕਿਵੇਂ ਦੇ ਦੱਸੇ ਨੇ ਸਾਨੂੰ। ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਿਆ फ़ोन करके या फेसबुक पर दस सकते हो। इस दे नाल अज दा प्रोग्राम समाप्त होंदा। जय भीम, जय गुरु।